ਆਲ ਵਰਲਡ ਦੇ ਵਿੱਚ ਮਸ਼ਹੂਰ ਹੈ, ਪ੍ਰਗਟ ਹੈ। ਇਸ ਮਹਾਨ ਸਥਾਨ 'ਤੇ ਮਹਾਰਾਜ ਜੀ ਨੇ ਉਹ ਸਾਜਿਆ ਔਰ ਨਿਵਾਜਿਆ ਹੈ। ਤੋ ਗੁਰੂ ਕਿਰਪਾ ਦੇ ਨਾਲ ਗੁਰੂ ਇਤਿਹਾਸ ਦੀ ਕਥਾ ਸੁਣਨ ਦਾ ਆਪਾਂ ਸਭਨਾਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸੁਣਿਆ ਹੈ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰਾਗਰਾਜ ਤੋਂ ਚੱਲ ਕੇ ਕਾਂਸੀਪੁਰੀ ਵਿੱਚ ਪਹੁੰਚੇ ਨੇ। ਆਲੇ ਦੁਆਲੇ ਦੀਆਂ ਸੰਗਤਾਂ ਇਰਦ ਗਿਰਦ ਮਸੰਦ ਆਦਿਕ ਸਭ ਆ ਕੇ ਮਹਾਰਾਜ ਜੀ ਦੇ ਚਰਨੀ ਲੱਗੇ ਨੇ, ਭੇਟਾਵਾਂ ਅਰਪਣ ਕੀਤੀਆਂ। ਪੁਰਾਤਨ ਸਤਿਗੁਰਾਂ ਦਾ ਸਥਾਨ ਹੈ, ਤੋ ਇਸ ਕਰਕੇ ਮਹਾਰਾਜ ਕਾਫੀ ਦਿਨ ਇੱਥੇ ਰਹੇ ਨੇ। ਜੌਨਪੁਰ ਦਾ ਰਹਿਣ ਵਾਲਾ ਗੁਰਸਿੱਖ ਭਾਈ ਗੁਰਬਖਸ਼ ਮੱਲ, ਇਹ ਵੀ ਸੰਗਤ ਦੇ ਸਹਿਤ ਹਜ਼ੂਰ ਦੇ ਚਰਨਾਂ ਵਿੱਚ ਆਇਆ ਹੈ। ਪ੍ਰੇਮ ਵਿੱਚ ਭਿੱਜ ਕੇ ਮਿੱਠੀ ਧੁਨ ਦੇ ਨਾਲ ਇਸ ਨੇ ਭਜਨ ਕੀਤਾ। ਇੱਕ ਪੈਰ ਤੱਕ ਮਨ ਨੂੰ ਜੋੜ ਕੇ ਇਹ ਕੀਰਤੀ ਕਰਦਾ ਰਿਹਾ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬੜੇ ਪ੍ਰਸੰਨ ਹੋਏ ਔਰ ਇਸ ਨੂੰ ਵਰ ਦਿੱਤਾ, ਕਿਉਂਕਿ ਇਹਦੇ ਘਰ ਵਿੱਚ ਸੰਤਾਨ ਨਹੀਂ ਸੀ ਤੇ ਇਹਨੇ ਇਹ ਪ੍ਰਣ ਕੀਤਾ ਸੀ ਮਹਾਰਾਜ ਤੋਂ ਮੰਗਣਾ ਨਹੀਂ। ਅੰਤਰਜਾਮੀ ਪਿਤਾ ਆਪ ਹੀ ਜਾਣਦੇ ਨੇ, ਜੇ ਕਿਰਪਾਲੂ ਹੋਣਗੇ ਤਾਂ ਆਪ ਹੀ ਕਿਰਪਾ ਕਰ ਦੇਣਗੇ। ਹਰ ਅੰਤਰਜਾਮੀ ਸਭ ਕਿਛ ਜਾਣੈ, ਤਾਂ ਕਿਸ ਪਹਿ ਆਖ ਸੁਣਾਈਐ। ਕਹਿਣੈ ਕਥਨ ਨਾ ਭੀਜੈ ਗੋਬਿੰਦ, ਹਰ ਭਾਵੈ ਪੈਜ ਰਖਾਈਐ। ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈਐ। ਤੋ ਸਤਿਗੁਰਾਂ ਦਾ ਬਿਰਦ ਹੈ, ਜੇ ਚੁੱਪੇ ਜੇ ਮੰਗਿਆ ਦਾਤ ਕਰੇ ਦਾਤਾਰ। ਜੇ ਕੋਈ ਸੰਤੋਖ ਰੱਖ ਕੇ ਚੁੱਪ ਵੀ ਰਹਿੰਦਾ, ਉਹਨੂੰ ਵੀ ਦਾਤ ਦੇ ਦਿੰਦੇ ਨੇ। ਤੂੰ ਅਣਮੰਗਿਆ ਦਾਨ ਦੇਵਣਾ, ਸਭਨਾਹਾ ਜੀਆ। ਬਿਨਾਂ ਮੰਗਣ ਤੋਂ ਹੀ ਦਾਨ ਦਿੰਦੇ ਹੋ। ਤੋ ਸੁਭਾਵਿਕ ਹੀ ਮਹਾਰਾਜ ਨੇ ਵਰ ਦਿੱਤਾ, ਹੇ ਭਾਈ ਗੁਰਬਖਸ਼ ਤੂੰ ਨਿਹਾਲ ਹੋ ਗਿਆ, ਜਮਾਂ ਦੇ ਜਾਲ ਵਿੱਚ ਨਹੀਂ ਪਵੇਂਗਾ। ਤੇਰੇ ਘਰ ਵਿੱਚ ਜਿਹੜੀ ਸੰਤਾਨ ਹੋਵੇਗੀ ਉਹ ਕਥਾ ਕੀਰਤਨ ਕਰਿਆ ਕਰੇਗੀ, ਤੇਰੇ ਪੁੱਤਰ ਤੇ ਸੰਗਤਾਂ ਤੇਰੇ ਪੁੱਤਰਾਂ ਨੂੰ ਪੋਤਰਿਆਂ ਨੂੰ ਬੁਲਾ ਕੇ ਨਾ ਕਥਾ ਕੀਰਤਨ ਸੁਣਿਆ ਕਰਨਗੀਆਂ। ਪੁੱਤਰਾਂ ਦੇ ਵੀ ਵਰ ਦੇ ਦਿੱਤੇ, ਕਥਾ ਕੀਰਤਨ ਦਾ ਵੀ ਵਰ ਦੇ ਦਿੱਤਾ, ਕਿਉਂਕਿ ਸਭ ਤੋਂ ਵੱਡੀ ਦਾਤ ਤਾਂ ਕੀਰਤਨ ਕਥਾ ਦੀ ਹੈ ਨਾ। ਪਾਰ ਬ੍ਰਹਮ ਹੋਵਾ ਸਹਾਈ, ਕਥਾ ਕੀਰਤਨ ਸੁਖਦਾਈ। ਭਾਵੇਂ ਆਪਾਂ ਸੰਸਾਰੀ ਲੋਕ ਦੁਨਿਆਵੀ ਦਾਤਾਂ ਨੂੰ ਵੱਡੀਆਂ ਸਮਝ ਬੈਠੇ, ਜੀ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਪਾਇਲਟ ਬਣਨਾ, ਇਹ ਆਪਣੀ ਜਗ੍ਹਾ 'ਤੇ ਹੈ ਭਾਈ, ਦੌਲਤ ਕਮਾਉਣ ਵਾਸਤੇ ਹੋਵੇਗਾ। ਪਰਮਾਰਥ ਦੀ ਪ੍ਰਾਪਤੀ ਵਾਸਤੇ ਜਿਹਦੇ ਵੱਡੇ ਭਾਗ ਹੋਣ, ਉਹਦੀ ਝੋਲੀ ਵਿੱਚ ਇਹ ਦਾਤਾਂ ਪੈਂਦੀਆਂ ਨੇ, ਕੀਰਤਨ ਦੀਆਂ ਔਰ ਕਥਾ ਦੀਆਂ। ਜੋ ਸੰਤੋਖ ਰੱਖ ਕੇ ਇਹ ਆਪਣੀ ਡਿਊਟੀ ਨੂੰ ਪੂਰਿਆਂ ਕਰੇ। ਤਾਂ ਮਹਾਰਾਜ ਜੀ ਨੇ ਵਰ ਦਿੱਤੇ, ਕਿਰਪਾ ਕੀਤੀ। ਫਿਰ ਮਹਾਰਾਜ ਇਸ ਤੋਂ ਅੱਗੇ ਚੱਲੇ ਨੇ। ਜੋ ਗੁਰੂ ਕਾ ਸਿੱਖ ਚਾਚਾ ਫੱਗੂ ਸੰਸਰਾਮ ਦਾ ਰਹਿਣ ਵਾਲਾ, ਵੱਡਾ ਸਾਰਾ ਘਰ ਬਣਾਇਆ ਹੈ, ਵੱਡਾ ਵਿਹੜਾ ਰੱਖਿਆ ਹੈ ਔਰ ਦਰਵਾਜ਼ਾ ਡਿਊਢੀ ਦਾ ਪੌਰ ਬੜਾ ਚੌੜਾ ਉਹ ਰੱਖਿਆ। ਇਲਾਕੇ ਦੀ ਸੰਗਤ ਪੁੱਛਦੀ, ਐਡਾ ਵੱਡਾ ਦਰਵਾਜ਼ਾ ਕਾਹਦੇ ਲਈ ਰੱਖਿਆ ਹੈ? ਤਾਂ ਕਿਹਾ, ਮੇਰੇ ਸਤਿਗੁਰੂ, ਮੈਂ ਸੁਣਿਆ ਹੈ ਮਹਾਰਾਜ ਜੀ ਦੇ ਨਾਲ ਫੌਜ ਬਹੁਤ ਹੈ, ਘੋੜ ਸਵਾਰ ਬਹੁਤ ਨੇ, ਰੱਥ ਨੇ, ਹਾਥੀ ਨੇ, ਘੋੜੇ ਨੇ, ਤੋ ਡੋਲੇ ਨੇ,
ਅੰਦਰ ਚੜੇ ਚੜਾਈ ਆ ਕੇ ਉਤਰਨ, ਮੇਰੇ ਮਨ ਦੀ ਭਾਵਨਾ ਬਾਹਰ ਦਰਵਾਜ਼ੇ ਤੇ ਨਾ ਉਤਰ ਕੇ ਆਉਣ। ਤੋ ਹਜ਼ੂਰ ਸੱਚੇ ਪਾਤਸ਼ਾਹ ਜੀ ਆਪਣੇ ਪ੍ਰੇਮੀ ਦੀ ਪ੍ਰਤੱਗਿਆ ਨੂੰ ਪੂਰਨ ਕਰਨ ਦੇ ਵਾਸਤੇ ਸਾਧ ਸੰਗਤ ਜੀ ਉਧਰ ਨੂੰ ਚੱਲ ਰਹੇ ਨੇ, ਜਾ ਰਹੇ ਨੇ। ਇੱਧਰ ਇਹ ਜੋ ਆਪਣਾ ਪ੍ਰਣ ਹੈ ਉਹਨੂੰ ਪੂਰਾ ਕਰਵਾਉਣ ਦੇ ਵਾਸਤੇ ਪ੍ਰੇਮ ਦੇ ਵਿੱਚ ਬੈਠਾ ਹੈ ਕਿ ਜ਼ਰੂਰ ਮਹਾਰਾਜ ਆਉਣਗੇ। ਆਦਿ ਤੋਂ ਲੈ ਕੇ ਜਿੰਨੇ ਵੀ ਯਾਦ ਕੀਤਾ, ਭਾਵੇਂ ਕਿਤੇ ਵੀ ਹੋਵਨ, ਸਤਿਗੁਰੂ ਸੱਚੇ ਪਾਤਸ਼ਾਹ ਉਹਦੇ ਕੋਲ ਪਹੁੰਚੇ ਨੇ। ਆਪਣੇ ਪ੍ਰੇਮੀਆਂ ਦੀ ਬੇਨਤੀ ਮੰਨ ਕੇ, ਚਿਤਵਨੀ ਮੰਨ ਕੇ ਉਹਨਾਂ ਦੇ ਕਾਰਜ ਕੀਤੇ ਨੇ। ਤੋ ਜਿਵੇਂ ਮਨ ਵਿੱਚ ਚਿਤਵਨੀ ਲੈ ਕੇ ਸਤਿਗੁਰਾਂ ਨੂੰ ਯਾਦ ਕਰ ਰਿਹਾ ਹੈ ਤੇ ਜਿਵੇਂ ਹਜ਼ੂਰ ਇਹਦੇ ਕੋਲ ਪਹੁੰਚਦੇ ਨੇ, ਆਓ ਉਸ ਪ੍ਰਸੰਗ ਨੂੰ ਇਕਾਗਰਤਾ ਦੇ ਨਾਲ ਆਪਾਂ ਸਰਵਣ ਕਰੀਏ। ਇੱਕ ਵਾਰ ਸਭ ਹੀ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮਦੇਵ ਕੇ ਸੰਗ ਫਿਰੇ ਹੈ। ਕਹਿੰਦੇ ਭਗਤ ਨਾਮਦੇਵ ਜੀ ਦੇ ਨਾਲ ਵੇਖੋ ਮਹਾਰਾਜ ਫਿਰਦੇ ਰਹੇ। ਅਕਾਲ ਪੁਰਖ ਭਗਵਾਨ ਪਾਛੇ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਭਗਤਾਂ ਦੇ ਮਗਰ ਮਗਰ ਜਿਵੇਂ ਗਊ ਵੱਛੇ ਦੇ ਮਗਰ ਮਗਰ ਫਿਰਦੀ ਹੈ ਨਾ, ਇਸ ਤਰ੍ਹਾਂ ਭਗਤ ਵਛਲ ਪਰਮਾਤਮਾ ਦਾ ਬਿਰਧ ਹੈ। ਸਾਵਨ ਛਪਰੀ ਕਾਜ ਕਰੇ ਹੈ। ਆਪਣੇ ਭਗਤਾਂ ਦੇ ਕਾਰਜ ਕੀਤੇ। ਆਪਣੇ ਭਗਤ ਨਾਮਦੇਵ ਦੀ ਛਪਰੀ ਜਿਹੜੀ ਉਹਦੀ ਛੱਤ ਬੰਨ੍ਹੀ, ਛਪਰੀ ਬਣਾਈ। ਭਾਈ ਗੁਰਦਾਸ ਸਾਹਿਬ ਜੀ ਨੇ ਇਹਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ, ਮੋਈ ਗਊ ਜਵਾਲੀਅਨ ਨਾਮਦੇਵ ਦਾ ਛਾਪਰ ਛਾਇਆ, ਭਗਤ ਜਨਾਂ ਦਾ ਕਰੇ ਕਰਾਇਆ। ਤੋ ਭਗਤਾਂ ਦਾ ਕਾਮਾ ਬਣ ਕੇ ਪ੍ਰਮਾਤਮਾ ਭਗਵਾਨ ਆਪ ਕੰਮ ਕਰਦਾ ਹੈ, ਬੇਢੀ ਬਣ ਕੇ, ਕਾਰੀਗਰ ਬਣ ਕੇ। ਤੋ ਛਪਰੀ ਨੂੰ ਬਣਦਾ ਹੈ, ਜੋ ਗੁਰਦੇਓ ਤਾਂ ਛਾਪਰ ਛਾਈ, ਜੋ ਗੁਰਦੇਓ ਤਾਂ ਸਹਿਜਾ ਨਿਕਸਾਈ। ਇਹ ਵੀ ਬਚਨ ਭੈਰੋ ਰਾਗ ਵਿੱਚ ਭਗਤ ਨਾਮਦੇਵ ਸਾਹਿਬ ਜੀ ਦੇ ਨੇ। ਤੋ ਭਗਤ ਨਾਮਦੇਵ ਜੀ ਦੀ ਛੰਨ ਜਿਹੜੀ ਹੈ ਉਹ ਬੜੀ ਸੋਹਣੀ, ਬੜੀ ਸੁੰਦਰ ਬੰਨੀ। ਪਾੜ ਪੜੋਛਨ ਪੂਛ ਲੈ ਨਾਮਾ, ਕਾ ਪਹਿਛਾਨ ਛਵਾਈ ਹੋ। ਐਡੀ ਸੋਹਣੀ ਛੰਨ ਛਪਰੀ ਕੁੱਲੀ ਮੈਂ ਤਾਂ ਅੱਜ ਤੱਕ ਨਹੀਂ ਦੇਖੀ। ਇਹ ਕਿਹੜਾ ਕਾਰੀਗਰ ਤੂੰ ਲਿਆ ਕੇ ਬਣਵਾਈ ਹੈ। ਤੋ ਪਹਿ ਦੁੱਗਣੀ ਮਜ਼ਦੂਰੀ ਦੈਹੋ। ਅਮੀਰ ਹੈ ਗੁਆਂਢਣ ਜਿਹੜੀ ਬਹੁਤ ਅਮੀਰ ਹੈ, ਕਹਿੰਦੀ ਜਿੰਨੀ ਤੂੰ ਮਜ਼ਦੂਰੀ ਦਿੱਤੀ ਹੈ ਇਹਦੇ ਨਾਲੋਂ ਦੁੱਗਣੀ ਦੇਵਾਂਗੀ ਮੈਂ। ਮੋਕੋ ਬੇਢੀ ਦੇਹੋ ਬਤਾਈ ਹੋ, ਰੀ ਬਾਈ ਬੇਢੀ ਦੇਣ ਨਾ ਜਾਈ, ਹਮਾਰੋ ਬੇਢੀ ਪ੍ਰਾਨ ਆਧਾਰਾ। ਤੋ ਬੇਢੀ ਪ੍ਰੀਤ ਮਜ਼ਦੂਰੀ ਮੰਗੈ, ਜੋ ਕੋ ਛਾਨ ਛਵਾਵੈ ਹੋ, ਲੋਗ ਕੁਟੰਬ ਸਭੋ ਤੇ ਤੋਰੈ, ਤੋ ਆਪਨ ਬੇਢੀ ਆਵੈ ਹੋ। ਇਹ ਬੇਢੀ ਬੜਾ ਔਖਾ ਮਿਲਦਾ ਹੈ, ਬੜਾ ਕਠਿਨ ਹੈ। ਮਾਇਆ ਦਾ, ਦੁਨੀਆ ਦਾ, ਸੰਸਾਰ ਦਾ, ਸਭ ਦਾ ਮੋਹ ਤੋੜਨਾ ਪੈਂਦਾ ਹੈ, ਨਿਰਮੋਹੀ ਹੋਣਾ ਪੈਂਦਾ, ਤੇ ਫਿਰ ਨਿਰਮੋਹੀ ਆ ਕੇ ਮਿਲਦਾ ਹੈ। ਤੋ ਕਹਿ ਰਹੇ ਨੇ ਭਗਤ ਨਾਮਦੇਵ ਸਾਹਿਬ ਜੀ ਦੀ ਬੜੀ ਸੁੰਦਰ ਛਪਰੀ ਆਪ ਜੀ ਨੇ ਬੰਨੀ। ਪੰਡਤ ਪੰਡੇ ਕੀਨ ਪਿਸ਼ਾਰੀ। ਪੰਡਤਾਂ ਨੇ ਜੋ ਪੁੰਡਰਪੁਰ ਦੇ ਵਿੱਚ ਸਾਧ ਸੰਗਤ ਜੀ ਮੰਦਰ ਸੀ, ਇਹਨਾਂ ਪੰਡਤਾਂ ਦਾ ਧੱਕੇ ਮਾਰ ਕੇ ਭਗਤ ਜੀ ਨੂੰ ਕੀਰਤੀ ਕਰਦੇ ਨੂੰ ਤੋ ਪਿੱਛੇ ਨੂੰ ਧੱਕ ਦਿੱਤਾ ਸੀ, ਬੈਕ ਸਾਈਡ ਤੇ ਪਿੱਛੇ। ਭਗਤ ਕਰਤ ਮੇਰੇ ਤਾਲ ਛਨਾਏ। ਕਈ ਕਹਿ ਦਿੰਦੇ ਜੀ ਜੋੜੇ ਵਜਾਉਣ ਲੱਗ ਪਏ ਸਨ। ਪਤਾ ਨਹੀਂ ਕਿੱਥੋਂ ਇਹੋ ਜਿਹੀਆਂ ਗੱਲਾਂ ਸੁਣਾਈ ਜਾਂਦੇ ਨੇ। ਇਹੋ ਜਿਹੀ ਭਗਤ ਨਾਮਦੇਵ ਜੀ ਜੁੱਤੀਆਂ ਲੈ ਕੇ ਉਹਦੇ ਹੀ ਛੈਣੇ ਬਣਾ ਕੇ ਵਜਾਈ ਜਾਣ ਲੱਗ ਪਏ, ਤਾਂ ਪੰਡਤਾਂ ਨੇ ਧੱਕੇ ਮਾਰੇ ਸਨ। ਗੁਰਬਾਣੀ ਦਾ ਫੈਸਲਾ ਹੈ, ਭਗਤ ਕਰਤ ਮੇਰੇ ਤਾਲ ਛਨਾਏ। ਭਗਤੀ ਕਰਦਿਆਂ ਮੇਰੇ ਛੈਣੇ ਖੋਹੇ ਤੇ ਮੈਨੂੰ ਧੱਕੇ ਮਾਰੇ। ਤੋ ਉਸ ਵੇਲੇ ਜਦੋਂ ਉਲਾਮਾ ਦਿੱਤਾ ਸੀ ਨਾ
कि सूद सूद कर मार उठायो, कहाँ करूँ बाप बीठुला। ये पंडिया मोको ढेड कहत है। महाराज मैनू मूर्ख कहते ने, मैनू सूदर कहते ने, मैनू नीच कहते ने, दसो मैं कित्थे जावां। तो उस वेले कहते अकाल पुरख ने फेर दिया देहरा नामे कौ, पंडियन को पिछवार ला। वो देहरा ही फेर दिता भगत नामदेव जी वल, उस मंदिर दे देहरे दा मुख कर दिता। फेर देहरा थिरे अगारी, आप भगवान अगे हो गए, सन्मुख अपना सामना कर लिया भगत जी दे वल। ज्यों ज्यों नामा हर गुण उचरै, भगत जना कहो देहुरा फिरै। तो कई कहते जी नहीं जी मन फिरिया सी, कमाल हो गई है। उत्थे सामने लिखिया देहुरा, हुण मन बनाई जाते ने। गुरबाणी ते संके, गुरबाणी दे उपर भरम साध संगत जी भरोसा नहीं ना, निश्चा नहीं ना। सतगुरां नूं तां बंदा ही समझिया, आम जिहा ही समझिया, परमेसर नूं तां इन्हां लोकां ने कृष्ण वर्गे ਉਂਗਲਾਂ ਦੇ ਉੱਪਰ ਪਹਾੜ ਚੁੱਕ ਕੇ ਲੈ ਆਉਣ ਤਾਂ ਹਿੰਦੂ ਲੋਕ ਕੋਈ ਸ਼ੰਕਾ ਨਾ ਕਰਨ, ਤੇ ਭਗਵਾਨ ਦੇਹਰਾ ਫੇਰ ਦੇਵੇ ਤੇ ਉਹਦੇ ਤੇ ਕਿੰਨੇ ਸੰਕੇ। ਜੇ ਮੱਕਾ ਫੇਰ ਦਿੱਤਾ ਤੇ ਸੰਕੇ ਤੇ ਸੰਕੇ, ਕਿਉਂਕਿ ਨਿਸ਼ਚਾ ਨਹੀਂ ਹੈ, ਸਾਨੂੰ ਵਿਸ਼ਵਾਸ ਨਹੀਂ ਹੈ, ਸਾਡਾ ਮਨ ਨਹੀਂ ਟਿਕਿਆ। ਤੋ ਮਾਨੁਖ ਕਾ ਕਰ ਰੂਪ ਨਾ ਜਾਣ, ਮਿਲੇ ਨਿਮਾਣੇ ਕੋ ਮਾਨ, ਮਨੁੱਖ ਦਾ ਰੂਪ ਕਰਕੇ ਨਾ ਜਾਣ। ਕਹਿੰਦੇ ਦਿਉਰਾ ਫੇਰ ਕਰਕੇ ਭਗਤ ਨਾਮਦੇਵ ਜੀ ਵੱਲ ਮੁੱਖ ਕਰ ਦਿੱਤਾ। ਰੋਜ਼ਾਨਾ ਆਪਾਂ ਪੜ੍ਹਦੇ ਹਾਂ, ਅਹੰਕਾਰੀਆ ਨਿੰਦਕਾ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਧੰਨੇ ਕੇ ਬਸ਼ੁਰੇ ਗਨ ਚਾਰੇ, ਭਗਤ ਧੰਨਾ ਜੀ ਦੇ ਬਹੁਤ ਸਾਰੇ ਵਛੜੇ, ਕਿਉਂਕਿ ਗਊਆਂ ਬਹੁਤ ਸਨ, ਜ਼ਿਮੀਦਾਰ ਬੜੇ ਵੱਡੇ ਖੂਹ ਸੀ ਉਹਨਾਂ ਦਾ। ਤਾਂ ਗਊਆਂ ਦੇ ਨਾਲ ਜਿਹੜੇ ਵੱਛੇ ਸਨ, ਕਹਿੰਦੇ ਉਹ ਬਹੁਤ ਸਾਰੇ ਵੱਛਿਆਂ ਨੂੰ ਖੇਤਾਂ ਦੇ ਵਿੱਚ ਚਾਰਿਆ, ਘਾਹ ਚਾਰਿਆ ਉਹਨਾਂ ਨੂੰ। ਆਪ ਭਗਵਾਨ ਨੇ ਕਾਮਾ ਬਣ ਕੇ, ਕੀਨਸ ਰੋਟੀ ਛਾਛ ਆਹਾਰੇ, ਸੋ ਹਉ ਪੀ ਮੂੰਹ ਨਾ ਜੁਠਾਲਸਾ, ਤੂੰ ਰੁੱਠਾ ਮੋਹਿ ਕਿਛ ਨਾ ਸੁਖਾਵੇ। ਕਹਿਣ ਲੱਗੇ ਭਗਵਾਨ ਜੇ ਤੂੰ ਨਹੀਂ ਛਕੇਂਗਾ ਤੇ ਮੈਂ ਵੀ ਨਹੀਂ ਛਕਾਂਗਾ। ਜੇ ਤੂੰ ਨਹੀਂ ਨਾ ਅਥਾਲ ਪਿਆ, ਜੇ ਤੂੰ ਨਹੀਂ ਖਾਵੇਂਗਾ ਤੇ ਚੰਗਾ, ਫਿਰ ਮੈਂ ਵੀ ਭੁੱਖਾ ਹੀ ਰਹਾਂਗਾ। ਇਹ ਮਨ ਵਿੱਚ ਪ੍ਰਣ ਧਾਰ ਕੇ ਬੈਠ ਗਏ ਸਨ। ਤੋ ਗੋਸਾਈ ਪ੍ਰਤੱਖ ਹੋਏ, ਲਾਏ ਭੋਗ ਛਾਹੇ ਮੋਹ ਲਾਵੇ। ਨਾਲੇ ਤਾਂ ਪ੍ਰਸਾਦਾ ਛਕਿਆ ਤੇ ਨਾਲੇ ਲੱਸੀ ਨੂੰ ਪੀਤਾ। ਉਹ ਕਹਿ ਰਹੇ ਨੇ ਜਿਵੇਂ ਛਾਛ ਲੱਸੀ ਨੂੰ ਕਹਿੰਦੇ ਆਹਾਰ ਭੋਜਨ, ਭਗਤ ਧੰਨੇ ਜੀ ਦਾ ਬੈਠ ਕੇ ਕੋਲ ਛਕਿਆ ਭਗਵਾਨ ਨੇ। ਬਦਰੀ ਫਲ ਸਵਰੀ ਤੇ ਖਾਏ, ਜਿਹੜੇ ਭੇਲਣੀ ਸੀ ਨਾ, ਨੀਵੀਂ ਜਾਤ ਵਾਲੀ, ਜਿਹਨੂੰ ਸਾਧੂਆਂ ਨੇ ਧੱਕੇ ਮਾਰੇ ਸਨ, ਉਹਦੇ ਕੋਲੋਂ ਝੂਠੇ ਬੇਰ ਜਾ ਕੇ ਖਾ ਲਏ। ਬਿਦਰ ਦਾਸ ਲਖ ਤਿਸ ਗ੍ਰਹਿ ਆਏ, ਜਿਹੜਾ ਨੀਵੀਂ ਜਾਤ ਵਾਲਾ ਮੰਨਿਆ ਜਾਂਦਾ ਸੀ ਦਾਸੀ ਸੁੱਤ, ਪੁੱਛੋ ਬਿਦਰ ਦਾਸੀ ਸੁੱਤ ਹੈ, ਕਿਸਨ ਉਤਰਿਆ ਘਰ ਜਿਸ ਜਾਏ। ਤੋ ਉਸ ਦੇ ਘਰ ਵਿੱਚ ਜਾ ਕੇ ਅਲੂਣਾ ਸਾਗ ਖਾਧਾ। ਸ੍ਰੀ ਨਾਨਕ ਆਦਿ ਜੋ ਗੁਰ ਭਏ, ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਜੋ ਵੀ ਸਤਿਗੁਰੂ ਮਹਾਰਾਜ ਹੋਏ ਹਨ, ਇਸੀ ਪ੍ਰਕਾਰ ਦਾਸ ਗ੍ਰਹਿ ਗਏ। ਇਸੇ ਤਰ੍ਹਾਂ ਆਪਣੇ ਪ੍ਰੇਮੀਆਂ ਸੇਵਕਾਂ ਦਾਸਾਂ ਦੇ ਘਰ ਵਿੱਚ ਪਹੁੰਚੇ। ਵਰਨ ਜਾਤ ਕੋ ਨਹੀਂ ਵਿਚਾਰਤ, ਵਰਨ ਜਾਤ ਕੋ ਪੁੱਛੈ ਨਾਹੀ, ਬਾਂਛੈ ਚਰਨ ਰਵਾਰੋ। ਗੁਰਬਾਣੀ ਦੇ ਬਚਨ ਨੇ। ਕਿਸੇ ਦੀ ਵਰਨ, ਕਿਸੇ ਦੀ ਜਾਤ, ਕਿਸੇ ਦਾ ਵਰਨ, ਆਸ਼ਰਮ ਕੋਈ ਨਹੀਂ ਮਹਾਰਾਜ ਜੀ ਨੇ ਦੇਖਿਆ। ਪ੍ਰੇਮ ਹੀਰ ਤਿਸ ਢਿਗ ਪਗ ਧਾਰਤ, ਉਹਦੇ ਅੰਦਰ ਦਾ ਪ੍ਰੇਮ ਤੱਕ ਕੇ ਮਹਾਰਾਜ ਜੀ ਉਹਦੇ ਵੱਲ ਚਰਨਾਂ ਦੇ ਨਾਲ ਚੱਲ ਪਏ। ਏਮ ਗੁਣ ਸੁਨ ਮੈਂ ਸ਼ਰਧਾ ਧਾਰੀ, ਤੋ ਚਾਚਾ ਫੱਗੂ ਜੀ ਕਹਿ ਰਹੇ ਨੇ ਸੰਗਤਾਂ ਨੂੰ, ਇਸ ਤਰ੍ਹਾਂ ਦੇ ਗੁਣ ਆਪਣੇ ਸਤਿਗੁਰਾਂ ਦੇ ਮੈਂ ਸੁਣ ਕੇ ਇਹ ਪ੍ਰੇਮ ਧਾਰਿਆ, ਇਹ ਸਰਧਾ ਧਾਰੀ ਹੈ। ਜਿਵੇਂ ਅੱਜ 7ਵੇਂ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੈ ਨਾ, ਮਾਤਾ ਤਾਬੋ ਜੀ ਦਾ ਪ੍ਰੇਮ, ਤੋ ਸਾਹਿਬ ਸ੍ਰੀ ਗੁਰੂ ਹਰਿ ਪਾਤਸ਼ਾਹ ਮਹਾਰਾਜ, ਉਹਨਾਂ ਦਾ ਅੱਜ ਆਗਮਨ ਦਿਹਾੜਾ ਹੈ। ਸਾਧ ਸੰਗਤ ਜੀ, ਕੋਟਾਨ ਕੋਟ ਰੋਮ ਰੋਮ ਕਰਕੇ ਸਮੂਹ ਸਾਧ ਸੰਗਤ ਨੂੰ ਵਧਾਈ ਹੋਵੇ ਸਤਿਗੁਰੂ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀ।
ਬਾਬਾ ਗੁਰ ਦਿੱਤਾ ਸੁੰਦਰ ਰੂਪ, ਵਿਆਹੀ ਨੇਤੀ ਰੂਪ ਅਨੂਪ। ਸ੍ਰੀ ਬਾਬਾ ਗੁਰਦਿੱਤਾ ਸਾਹਿਬ ਛਠਮ ਪੀਰ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ। ਉਹਨਾਂ ਦੇ ਵੱਡੇ ਵੀਰ ਬਹਾਦਰ ਸਪੁੱਤਰ। ਆਪ ਜੀ ਨੂੰ ਪਤਾ ਹੋਵੇ ਬਾਬਾ ਗੁਰਦਿੱਤਾ ਜੀ ਨੇ ਗੁਰੂ ਸਰ ਮਹਾਰਾਜ ਦੀ ਜੰਗ ਤੇ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਬਹੁਤ ਤੇਗ ਚਲਾਈ ਸੀ, ਬੜੀ ਬਹਾਦਰੀ ਦਿਖਾਈ ਸੀ। ਕਈ ਦੁਸ਼ਟਾਂ ਨੂੰ ਧਰਤੀ ਤੇ ਲਟਾਇਆ। ਬੜੇ ਮਹਾਨ ਵੀਰ ਬਹਾਦਰ ਬਾਬਾ ਗੁਰਦਿੱਤਾ ਜੀ। ਤੋ ਉਹਨਾਂ ਦੇ ਨਾਲ ਬਟਾਲੇ ਦੀ ਰਹਿਣ ਵਾਲੀ ਸਾਡੇ ਮਾਤਾ ਨੇਤੀ ਜੀ, ਅਨੰਤੀ ਵੀ ਉਹਨਾਂ ਦਾ ਨਾਮ ਆਉਂਦਾ, ਨਿਹਾਲ ਕੌਰ ਜੀ ਵੀ ਆਉਂਦਾ ਹੈ। ਉਹ ਬਾਬਾ ਗੁਰਦਿੱਤਾ ਜੀ ਦੇ ਨਾਲ ਵਿਆਹੇ ਹੋਏ। ਆਨੰਦ ਕਾਰਜ ਉਹਨਾਂ ਦਾ ਹੋਇਆ। ਜੋ ਉਪਮਾ ਤੋਂ ਰਹਿਤ ਸੁੰਦਰ ਗੁਣਾ ਵਾਲੇ ਤੇ ਸੁੰਦਰ ਸਰੂਪ ਵਾਲੇ ਮਾਤਾ ਨੇਤੀ ਜੀ ਹੋਏ ਨੇ। ਤਿੰਨ ਤੇ ਦੋਏ ਸੁਤ ਉਤਪਤ ਭਏ, ਵੱਡੋ ਧੀਰਮਲ ਅਰ ਸ੍ਰੀ ਹਰ ਰਾਈ। ਦੋ ਪੁੱਤਰ ਉਹਨਾਂ ਦੀ ਕੁੱਖ ਤੋਂ ਜਨਮੇ, ਵੱਡਾ ਧੀਰਮਲ ਤੇ ਛੋਟੇ ਸ੍ਰੀ ਹਰਿ ਰਾਇ ਸਾਹਿਬ ਮਹਾਰਾਜ। ਕੀਰਤਪੁਰ ਮੈਂ ਆਗਮਨ ਭਇਓ ਹੈ, ਬਹੁ ਉਤਸਾਹ ਸਿੱਖਣ ਕੇ ਹੋਇਓ ਹੈ। ਕੀਰਤਪੁਰ ਸਾਹਿਬ ਦੀ ਧਰਤੀ ਤੇ ਉਹਨਾਂ ਦਾ ਆਗਮਨ ਹੋਇਆ। ਸੰਗਤਾਂ ਨੇ ਬੜਾ ਉਤਸ਼ਾਹ ਕੀਤਾ। ਦੱਸਦੇ ਨੇ ਜਦੋਂ ਅਵਤਾਰ ਹੋਇਆ ਸੀ ਤਾਂ ਅੰਮ੍ਰਿਤ ਵੇਲੇ ਦਿਨ ਚੜ੍ਹਨ ਤੋਂ ਪਹਿਲਾਂ ਇੱਕ ਪਹਿਰ ਤੱਕ ਸਤਲੁਜ ਦਰਿਆ ਦੁੱਧ ਦਾ ਵਗਿਆ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਰਨ ਦੇਵਤੇ ਨੇ ਵੀ ਇੰਨੇ ਮੰਗਲ ਕੀਤੇ ਸਤਵੇਂ ਪਾਤਸ਼ਾਹ ਜੀ ਦੇ ਆਗਮਨ ਤੇ ਸਾਧ ਸੰਗਤ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਪੋਤਾ ਹਨ, ਸੋ ਟਿਕਿਓ ਪਤਾਮੇ ਤੇ ਫੁੰਨ ਪੋਤਾ, ਦੀਨ ਦੁਨੀ ਬਨ ਥੰਬ ਖਲੋਤਾ। ਕਵੀ ਸੰਤੋਖ ਸਿੰਘ ਜੀ। ਬਾਬੇ ਤੋਂ ਬਾਅਦ ਪੋਤਾ ਗੱਦੀ ਦੇ ਉੱਪਰ ਟਿਕਿਆ। ਵਾਰੀ ਤਾਂ ਪੁੱਤਰ ਦੀ ਹੁੰਦੀ ਹੈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਕਰੀਬਨ 10-11 ਸਾਲ ਸ੍ਰੀ ਗੁਰੂ ਹਰਿ ਸਾਹਿਬ ਜੀ ਤੋਂ ਵੱਡੇ ਨੇ, ਪਰ ਗੁਰਤਾ ਗੱਦੀ ਤੇ ਪੋਤੇ ਨੂੰ ਬਿਠਾਇਆ ਹੈ। ਔਰ ਪੁੱਤਰ ਦੀ ਵਾਰੀ ਬਾਅਦ ਵਿੱਚ ਦਿੱਤੀ ਹੈ। ਇਹੋ ਹੀ ਤਾਂ ਇੱਕ ਉਲਟੀ ਗੰਗ ਮਹਾਰਾਜ ਜੀ ਦੇ ਘਰ ਵਿੱਚ ਵਹਿੰਦੀ ਹੈ। ਉਲਟੀ ਗੰਗ ਸਮੁੰਦਰ ਸਮਾਵੈ। ਦੁਨੀਆ ਵਾਲੇ ਮਹਾਰਾਜੇ ਆਪਣੇ ਪੁੱਤਰ ਨੂੰ ਗੱਦੀ ਦਿੰਦੇ ਨੇ। ਜੇ ਪੋਤਰੇ ਨੂੰ ਦੇਣ ਤਾਂ ਪੁੱਤਰ ਨੂੰ ਗੱਦੀ ਨਹੀਂ ਦੁਬਾਰਾ ਮਿਲਦੀ, ਫਿਰ ਅਗਲੇ ਨੂੰ ਮਿਲਦੀ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਦੇਖੋ, ਪੋਤਰੇ ਦੇ ਚਰਨਾਂ ਤੇ 5 ਪੈਸੇ ਨਾਰੀਅਲ ਰੱਖ ਕਰਕੇ ਭਾਈ ਝੰਡਾ ਜੀ ਤੋਂ ਤਿਲਕ ਲਵਾ ਕੇ ਤੇ ਸਿਰ ਆਪਣੇ ਪੋਤਰੇ ਦੇ ਚਰਨਾਂ ਤੇ ਛੇਵੇਂ ਪਾਤਸ਼ਾਹ ਜੀ ਨੇ ਰੱਖ ਦਿੱਤਾ। ਇਹਨੂੰ ਕਹਿੰਦੇ ਉਲਟੀ ਗੰਗ ਵਹਾਏ ਹੋਣ। ਬਾਬਾ ਆਪਣੇ ਪੋਤੇ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕ ਰਿਹਾ ਹੈ, ਗੁਰਤਾ ਗੱਦੀ ਤੇ ਸਬਾਏ ਮਾਨ ਕਰਕੇ। ਤੋ ਐਸੇ ਮਹਾਰਾਜ ਸੱਚੇ ਪਾਤਸ਼ਾਹ ਜੀ, ਵੈਸੇ ਪੋਤਾ ਜਿਹੜਾ ਗੁਰਬਾਣੀ ਵਿੱਚ ਅਰਥ ਆਇਆ ਨਾ, ਪੋਤੇ ਦਾ ਅਰਥ ਜਹਾਜ਼ ਵੀ ਹੈ, ਪੋਤੇ ਦਾ ਅਰਥ ਖਜ਼ਾਨਾ ਵੀ ਹੈ, ਤੇ ਪੋਤੇ ਦਾ ਅਰਥ ਪੋਤਰਾ ਵੀ ਹੈ, ਤੇ ਕਪੋਤ ਵੀ ਗੁਰਬਾਣੀ ਵਿੱਚ ਆਇਆ ਹੈ। ਹੇ ਸਰਨਾਦਗਤ ਹੇ ਪ੍ਰਤਪਾਲਕ, ਭਵਜਲ ਤੇ ਪਦ ਉੱਤਮ ਪੋਤਾ। ਹੇ ਸਰਨਾ ਵਿੱਚ ਆਇਆ ਹੋਇਆਂ ਨੂੰ ਥਾਂ ਦੇਣ ਵਾਲੇ, ਹੇ ਪ੍ਰਤਪਾਲਣਾ ਕਰਨ ਵਾਲੇ, ਭਵਜਲ ਸੰਸਾਰ ਤੋਂ ਤਾਰਨ ਵਾਸਤੇ ਤੁਹਾਡੇ ਪਦ ਚਰਨ ਪੋਤਾ ਜਹਾਜ਼ ਦੀ ਨਿਆਈ ਨੇ। ਪੋਤ ਜਹਾਜ਼ ਉਹ ਹੁੰਦਾ ਜਿਹੜਾ ਸਮੁੰਦਰ ਵਿੱਚ ਬੜੀ ਤੇਜ਼ੀ ਨਾਲ ਚੱਲਦਾ ਹੈ, ਉਹਨੂੰ ਪੋਤ ਜਹਾਜ਼, ਪੋਤਾ ਜਹਾਜ਼ ਕਿਹਾ ਜਾਂਦਾ ਹੈ। ਗੁਰਬਾਣੀ ਵਿੱਚ ਵੀ ਇਹ ਬਚਨ ਆਏ, ਹਰ ਹਰ ਨਾਮ ਪੋਤ ਹੈ ਮੇਰੀ ਜਿੰਦੜੀਏ।
ਵਾਹਿਗੁਰੂ ਦਾ ਨਾਮ ਹੀ ਜਹਾਜ਼ ਹੈ ਮੇਰੀ ਜਿੰਦੇ, ਅਸਵਾਰ ਹੋ ਜਾ ਪਾਰ ਹੋ ਜਾਵੇਂਗੀ। ਤੋ ਕਹਿੰਦੇ ਹਨ ਕਿ ਮਹਾਰਾਜ ਗੁਰੂ ਹਰਿ ਸਾਹਿਬ ਤੁਹਾਡੇ ਚਰਨ ਹੀ ਜਹਾਜ਼ ਦੀ ਨਿਆਈ ਹਨ, ਪੋਤਾ ਹਨ, ਜਹਾਜ਼ ਹਨ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਲੀ ਸਮ ਸਿਕਰੇ ਕੇ ਜੋ ਹੋਏ, ਦੋਸ ਗਨੇ ਨਸ ਸੰਪਾਲਕ ਪੋਤਾ। ਜਿਵੇਂ ਕਬੂਤਰ ਸ਼ਿਕਰੇ ਬਾਜ ਨੂੰ ਵੇਖ ਕੇ ਭੱਜ ਜਾਂਦਾ, ਸਹਿਮ ਜਾਂਦਾ ਹੈ, ਤੁਹਾਡੇ ਦਰਸ਼ਨ ਕਰਦਿਆਂ ਹੀ ਪਾਪ, ਦੁੱਖ, ਅਵਗਣ, ਗੁਨਾਹ ਸਭ ਸਹਿਮ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਸੇਵਕ ਕੇ ਪ੍ਰੇ ਦੇਵਨ ਦੇਵ, ਸੇਵਕਾਂ ਦੇ ਪਿਆਰੇ ਹੋ ਗੁਰੂ ਹਰਿ ਸਾਹਿਬ ਜੀ, ਦੇਵਤਿਆਂ ਦੇ ਦੇਵਤੇ ਹੋ ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ। ਤੋ ਸਰਬਪ੍ਰਤ ਪਾਲਕ ਗਿਆਨ ਗੁਰ ਪੋਤਾ, ਸਾਰਿਆਂ ਦੀ ਪਾਲਣਾ ਕਰਨ ਵਾਲੇ ਤੇ ਗੁਰੂ ਗਿਆਨ ਦੇ ਪੋਤਾ ਖਜ਼ਾਨੇ ਹੋ ਤੁਸੀਂ। ਪੋਤਾ ਨਾਮ ਖਜ਼ਾਨੇ ਦਾ ਹੈ। ਜਿਵੇਂ ਬਾਣੀ ਵਿੱਚ ਬਚਨ ਆਉਂਦੇ ਨੇ, ਸੂਖ ਸਹਿਜ ਦਇਆ ਕਾ ਪੋਤਾ, ਹਰ ਭਗਤਾਂ ਹਵਾਲੇ ਪੋਤਾ। ਸੁਖ ਸਹਿਜ ਦਇਆ ਧਰਮ ਵਿਚਾਰ, ਇਹਨਾਂ ਸਾਰੇ ਗੁਣਾਂ ਦਾ ਖਜ਼ਾਨਾ ਪ੍ਰਭੂ ਨੇ ਆਪਣੇ ਭਗਤਾਂ ਦੇ ਹਵਾਲੇ ਕਰ ਦਿੱਤਾ। ਪੋਤਾ ਨਾਮ ਖਜ਼ਾਨੇ ਦਾ ਹੈ। ਤੋ ਐਸੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿ ਸੱਚੇ ਪਾਤਸ਼ਾਹ ਮਹਾਰਾਜ ਤੋ ਜਿਨ੍ਹਾਂ ਦੇ ਚਰਨਾਂ ਤੇ ਕਵੀ ਜੀ ਕਹਿੰਦੇ ਨੇ ਕੋਟਾਨ ਕੋਟ ਨਮਸਕਾਰ ਹੈ। ਜਦੋਂ ਕਵੀ ਸੰਤੋਖ ਸਿੰਘ ਜੀ ਸਤਵੇਂ ਪਾਤਸ਼ਾਹ ਜੀ ਦੀ ਕਥਾ ਆਰੰਭ ਕਰਦੇ ਨੇ ਨਾ, ਤੇ ਉਹ ਮੰਗਲ ਕਰਦਿਆਂ ਇੱਕ ਬਚਨ ਕਰਦੇ ਨੇ, ਕਥਾ ਗੁਰੂ ਹਰਿ ਰਾਏ ਕੀ, ਸੋਨੋ ਸਰੋਤਾ ਦੇ ਕਾਨ, ਪਾਵਨ ਪੁੰਨ ਉਪਾਵਨੀ ਸਭ ਪਾਪਨ ਕੀ ਹਾਨ। ਇਹ ਸਰੋਤਾ ਜਨੋ ਸਤਵੇਂ ਪਾਤਸ਼ਾਹ ਜੀ ਦੀ ਕਥਾ ਸੁਣੋ, ਪੁੰਨਾਂ ਨੂੰ ਪੈਦਾ ਕਰਨ ਵਾਲੀ ਤੇ ਸਾਰੇ ਪਾਪਾਂ ਨੂੰ ਨਾਸ ਕਰ ਦੇਣ ਵਾਲੀ ਹੈ। ਪਾਪਾਂ ਦੀ ਨਾਸਕ ਹੈ ਕਹਿੰਦੇ ਸਤਵੇਂ ਪਾਤਸ਼ਾਹ ਮਹਾਰਾਜ ਜੀ ਦੀ ਕਥਾ। ਤੋ ਬੇਅੰਤ ਵਡਿਆਈ ਹੈ ਸਾਧ ਸੰਗਤ ਜੀ। ਗੁਰਤਾ ਗੱਦੀ ਤੇ ਸਵਾਏਮਾਨ ਹੋਣ ਤੱਕ ਮਹਾਰਾਜ ਜੀ ਨੂੰ 5 ਗ੍ਰੰਥੀ ਜ਼ਬਾਨੀ ਕੰਠ ਤੇ ਰੋਜ਼ਾਨਾ ਜਾਪ ਕਰਦੇ ਸਨ। ਮੈਂ ਤਕਰੀਬਨ ਜਿਤਨੇ ਪੁਰਾਤਨ ਗ੍ਰੰਥ ਪੜ੍ਹੇ ਨੇ ਉਹਨਾਂ ਵਿੱਚ ਲਿਖਿਆ ਕਿ ਮਹਾਰਾਜ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦੀ ਜਾਗ ਕੇ ਬੈਠ ਜਾਂਦੇ ਸਨ ਚੌਂਕੜਾ ਲਾ ਕੇ, ਤੇ ਸਿੱਖ ਗਾਗਰਾਂ ਜਲਦੀਆਂ ਭਰ ਭਰ ਕੇ ਮਹਾਰਾਜ ਦੇ ਉੱਪਰ ਪਾਇਆ ਕਰਦੇ ਸਨ। ਤੇ ਸਤਿਗੁਰੂ ਮਹਾਰਾਜ ਜਪਜੀ ਸਾਹਿਬ ਦੇ ਪਾਠ ਆਰੰਭ ਕਰ ਦਿੰਦੇ। 101 ਗਾਗਰ ਜਲ ਦੀ ਆਪਣੇ ਉੱਪਰ ਪਵਾਉਂਦੇ ਸਨ ਮਹਾਰਾਜ। ਅੱਜ ਤੱਕ ਕਹਿੰਦੇ ਇਸ਼ਨਾਨ ਦੀ ਲੋੜ ਹੀ ਨਹੀਂ ਭਾਈ, 5 ਇਸ਼ਨਾਨਾਂ ਮਹਾਂ ਗਿਆਨਾਂ, ਨਿਤ ਨਹਾਉਣਾ ਦਲਿੱਦਰੀ, ਪਤਾ ਨਹੀਂ ਕੀ ਕੀ ਕਹੀ ਜਾਂਦੇ ਨੇ। ਤੋ 101 ਜਪਜੀ ਸਾਹਿਬ ਦੇ ਪਾਠ ਰੋਜ਼ਾਨਾ ਕਰਿਆ ਕਰਦੇ ਸਨ। ਤੁਸੀਂ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਵੀ ਕਥਾ ਸੁਣੀ ਹੈ। ਗੁਰਮੁਖ ਪ੍ਰਕਾਸ਼ ਗ੍ਰੰਥ ਨੂੰ ਪੜ੍ਹ ਲਓ, ਮਹਿਮਾ ਪ੍ਰਕਾਸ਼ ਗ੍ਰੰਥ ਨੂੰ ਪੜ੍ਹ ਲਓ। ਸਤਵੇਂ ਪਾਤਸ਼ਾਹ ਜੀ ਰੋਜ਼ਾਨਾ 101 ਜਪਜੀ ਸਾਹਿਬ ਦਾ ਪਾਠ ਕਰਿਆ ਕਰਦੇ ਸਨ ਬਚਪਨ ਦੇ ਵਿੱਚ ਹੀ। ਸਾਧ ਸੰਗਤ ਜੀ ਐਵੇਂ ਥੋੜ੍ਹਾ ਐਡੀ ਵੱਡੀ ਗੁਰਗੱਦੀ ਦੇ ਮਾਲਕ ਬਣਿਆ ਜਾਂਦਾ ਹੈ। ਅੰਦਰ ਵੜ ਕੇ ਭੋਰਿਆਂ 'ਚ ਰੋਟੀਆਂ ਖਾ ਕੇ ਥੋੜ੍ਹਾ ਬਣਿਆ ਜਾਂਦਾ, ਗੱਲਾਂ ਕਰਕੇ ਨਹੀਂ ਐਡੀਆਂ ਵੱਡੀਆਂ ਦਾਤਾਂ ਮਿਲਦੀਆਂ ਸਾਧ ਸੰਗਤ ਜੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਭਾਅ ਐਸਾ ਸੀ ਕਿ ਜੋ 6ਵੇਂ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ, ਸਰੀਰ ਦੇਣ ਤੱਕ ਉਹ ਬਚਨ ਨਹੀਂ ਸੀ ਭੁਲਾਉਂਦੇ। ਉਹਨਾਂ ਬਚਨਾਂ ਤੇ ਪਹਿਰਾ ਦਿੰਦੇ ਸਨ। ਜੋ ਵੀ ਬਚਨ 6ਵੇਂ ਪਾਤਸ਼ਾਹ ਜੀ ਕਹਿ ਦਿੰਦੇ, 7 ਬਚਨ ਕਹਿ ਕੇ ਉਹਨਾਂ ਬਚਨਾਂ ਨੂੰ ਅਖੀਰ ਤੱਕ ਨਿਭਾਉਣਾ, ਇਹ ਪ੍ਰਣ ਸੀ ਉਹਨਾਂ ਦਾ। ਬਹੁਤ ਵਾਰ ਤੁਸੀਂ ਸਾਖੀ ਸੁਣੀ ਹੈ ਕਿ 9 ਲੱਖੇ ਬਾਗ ਵਿੱਚ ਮਹਾਰਾਜ ਜੀ ਦੇ ਚੋਗੇ ਨਾਲ ਫੁੱਲ ਟੁੱਟਾ ਤੇ ਮਹਾਰਾਜ ਸਾਹਿਬ ਨੇ ਨਾਰਾਜ਼ਗੀ ਕੀਤੀ ਕਿ ਜੇ ਐਡਾ ਵੱਡਾ ਜਾਮਾ ਪਾਉਣਾ ਹੈ ਤੇ ਸੰਕੋਚ ਕੇ ਚੱਲਿਆ ਕਰੋ। ਹੁਣ ਫੁੱਲ ਜਿਹੜੇ ਨੇ ਉਹ ਤਾਂ ਭਾਈ ਟੁੱਟਦੇ ਹੀ ਰਹਿੰਦੇ ਨੇ ਬਾਗਾਂ ਦੇ ਵਿੱਚ, ਹਵਾ ਦੇ ਨਾਲ ਵੀ ਟੁੱਟ ਜਾਂਦੇ ਨੇ, ਇਹ ਕੋਈ ਵੱਡੀ ਗੱਲ ਨਹੀਂ। ਪਰ ਇਹਦੇ ਵਿੱਚ ਬੜੀ ਗੂੜ ਰਮਜ ਸੀ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦਾ ਬੜਾ ਵੱਡਾ ਜਾਮਾ ਪਾਉਣਾ ਹੈ।
ਬੜਾ ਵੱਡਾ ਕਰਾਮਾਤਾਂ ਦਾ ਜਾਮਾ ਤੁਹਾਡੇ ਕੋਲ ਹੋਣਾ ਹੈ ਤੇ ਉਹਨੂੰ ਸੰਕੋਚ ਕੇ ਰੱਖਣਾ, ਕਰਾਮਾਤਾਂ ਨਹੀਂ ਦਿਖਾਉਣੀਆਂ। ਔਰ ਦੇਖੋ, ਜਦੋਂ ਫਰਮੈਸਾਂ ਪਾਈਆਂ ਸਨ ਜੀ, ਬ੍ਰਾਹਮਣ ਦਾ ਪੁੱਤਰ ਜਿਉਂਦਾ ਕਰ ਦਿਓ, ਬੜੀਆਂ ਵੱਡੀਆਂ ਫਰਮੈਸਾਂ ਹਜ਼ੂਰ ਨੂੰ ਆਈਆਂ ਕੀਰਤਪੁਰ ਸਾਹਿਬ, ਤੇ ਮਹਾਰਾਜ ਨੇ ਕਿਹਾ ਨਹੀਂ ਭਾਈ, ਵਾਹਿਗੁਰੂ ਦੇ ਭਾਣੇ ਵਿੱਚ ਹੈ ਜੋ ਕੁਝ ਹੋਇਆ ਹੈ। ਜਦੋਂ ਜ਼ਿਆਦਾ ਜਿੱਦ ਕੀਤੀ ਤੇ ਮਹਾਰਾਜ ਨੇ ਫਿਰ ਵੀ ਕਰਾਮਾਤ ਨਹੀਂ ਦਿਖਾਈ। ਹਜ਼ੂਰ ਕਹਿੰਦੇ ਭਾਈ ਬਹੁਤੀ ਜਿੱਦ ਕਰਦੇ ਹੋ, ਫਿਰ ਕੋਈ ਪਿਆਰਾ ਉੱਠੇ ਜਿਹੜਾ ਆਪਣਾ ਸਰੀਰ ਇਹਦੀ ਥਾਂ ਤੇ ਦੇ ਦੇਵੇ, ਤੈਨੂੰ ਜਿਉਂਦਾ ਕਰ ਦਿੰਦੇ ਆ। ਤਾਂ ਉਸ ਵੇਲੇ ਭਾਈ ਜੀਵਨ, ਭਾਈ ਭਗਤੂ ਦਾ ਪੁੱਤਰ, ਉਹਨੇ ਆਪਣਾ ਸਰੀਰ ਤਿਆਗਿਆ ਸੀ, ਸੰਕੋਚ ਕੇ ਰੱਖਿਆ, ਨਹੀਂ ਕਰਾਮਾਤ ਵਰਤੀ ਸਾਧ ਸੰਗਤ ਜੀ। ਹੈ ਤਾਂ ਭਾਵੇਂ ਇਹ ਵੀ ਕਲਾ ਸੀ, ਪਰ ਇੱਕ ਦੀ ਥਾਂ ਤੇ ਦੂਜੇ ਨੂੰ ਭੇਜਿਆ, ਇੱਕ ਨੂੰ ਜਿਉਂਦਾ ਕਰ ਦਿੱਤਾ, ਦੂਜੇ ਨੂੰ ਸਰੀਰ ਦੇਣਾ ਪਿਆ। ਪਰਮੇਸ਼ਰ ਦੇ ਸ਼ਰੀਕ ਨਹੀਂ ਬਣੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨਾਂ ਨੂੰ ਅਖੀਰ ਤੱਕ ਚੇਤੇ ਵਿੱਚ ਰੱਖਿਆ। ਔਰ ਬਹੁ ਰੰਕਨ ਕੋ ਕਰੀ ਬਖਸ਼ੀਸ, ਬਹੁ ਦਾਸਨ ਕੋ ਕਰੀ ਬਖਸ਼ੀਸ, ਭਏ ਰਾਵ ਹੋਏ ਰੰਕ ਵਹੀਸ। ਜਿਹੜੇ ਰੰਕ ਗਰੀਬ ਕੰਗਾਲ ਸਨ, ਉਹਨਾਂ ਨੂੰ ਰਾਜੇ ਬਣਾ ਦਿੱਤਾ ਮਹਾਰਾਜ ਜੀ ਨੇ ਬਚਨਾਂ ਦੇ ਨਾਲ। ਕਾਲੇ ਦੇ ਭਤੀਜਿਆਂ ਨੇ ਆ ਕੇ ਭਰੇ ਦੀਵਾਨ ਦੇ ਵਿੱਚ ਆਪਣੇ ਪੇਟ ਖੜਕਾਏ, ਪੇਟ ਤੇ ਹੱਥ ਮਾਰੇ। ਗੁਰੂ ਸਰ ਮਹਾਰਾਜ ਹਜ਼ੂਰ ਕਹਿੰਦੇ ਭਾਈ ਇਹ ਕੀ ਕਹਿੰਦੇ ਨੇ, ਪੇਟ ਖੜਕਾ ਰਹੇ ਨੇ। ਮਹਾਰਾਜ ਨਾ ਇਹਨਾਂ ਦੀ ਮਾਂ ਹੈ, ਨਾ ਇਹਨਾਂ ਦਾ ਪਿਓ ਹੈ, ਇਹ ਯਤੀਮ ਨੇ, ਅਨਾਥ ਨੇ, ਕੁਝ ਮੰਗਦੇ ਨੇ ਪੇਟ ਵਾਸਤੇ। ਸਾਹਿਬ ਸ੍ਰੀ ਗੁਰੂ ਹਰਿ ਪਾਤਸ਼ਾਹ ਦਿਆਲੂ ਕਿਰਪਾਲੂ ਮਹਾਰਾਜ, ਮਹਾਰਾਜ ਕਹਿੰਦੇ ਕਾਲਿਆ ਇਹਨਾਂ ਦੇ ਘੋੜੇ ਤਾਂ ਜਮਨਾ ਦਾ ਪਾਣੀ ਪੀਆ ਕਰਨਗੇ, ਜਮਨਾ ਤੱਕ ਇਹਨਾਂ ਦਾ ਰਾਜ ਹੋਵੇਗਾ। ਬਚਨ ਕਰਨ ਦੇ ਨਾਲ ਹੀ ਸਾਧ ਸੰਗਤ ਜੀ ਰਾਜ ਭਾਗ ਦੇ ਦਿੱਤੇ। ਨਾਭੇ ਵਾਲੇ ਰਾਜੇ, ਪਟਿਆਲੇ ਵਾਲੇ ਰਾਜੇ, ਜੀਂਦ ਵਾਲੇ ਰਾਜੇ, ਫਰੀਦਕੋਟੀਏ ਰਾਜੇ, ਇਹ ਸਭ ਉਹਨਾਂ ਦੀ ਕੁੱਲ ਵਿੱਚੋਂ ਹੋਏ ਨੇ, ਫੂਲਕਿਆਂ ਦੀ ਕੁੱਲ, ਸੰਦਲੀ ਦੀਪਾ। ਐਸੇ ਸਤਿਗੁਰੂ ਸਾਹਿਬ ਮਹਾਰਾਜ ਜੀ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀੜ, ਦੰਬੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ, ਸਵਾਰਥ ਸਵਾਉ ਨਾ ਕੋ ਕਰੈ, ਨਾ ਕਿਛ ਹੋਵੇ ਕਾਜ, ਚਿਤ ਆਵੈ ਓਸ ਪਾਰ ਬ੍ਰਹਮ, ਤਾਂ ਨਿਹਚਲ ਹੋਵੇ ਰਾਜ। ਇਹ ਤਾਂ ਇੱਕ ਦੁਨਿਆਵੀ ਰਾਜ ਦੀ ਗੱਲ ਹੈ, ਪਰ ਸੰਸਾਰਕ ਰਾਜ ਸਦਾ ਨਹੀਂ ਰਹਿੰਦਾ। ਜਦੋਂ ਦਾਰਾ ਸਕੂਹ ਆਇਆ ਸੀ ਮਹਾਰਾਜ ਦੇ ਚਰਨਾਂ ਵਿੱਚ, ਤੇ ਗੁਰੂ ਹਰਿ ਪਾਤਸ਼ਾਹ ਜੀ ਨੇ ਕਿਹਾ ਦਿੱਲੀ ਦੀ ਬਾਦਸ਼ਾਹੀ ਦੇ ਦਈਏ ਤੈਨੂੰ। ਦਾਰਾ ਸਕੂਹ ਸਾਧੂਆਂ ਦੀ ਸੰਗਤ ਕਰਨ ਵਾਲਾ ਸੀ, ਸ਼ਾਹਜਹਾਨ ਦਾ ਵੱਡਾ ਪੁੱਤਰ, ਔਰੰਗਜ਼ੇਬ ਦਾ ਵੱਡਾ ਭਰਾ, ਤੇ ਔਰੰਗਜ਼ੇਬ ਨੇ ਧੱਕੇ ਨਾਲ ਤਖਤ ਮੱਲ ਲਿਆ ਸੀ ਆਪਣੇ ਪਿਤਾ ਨੂੰ ਕੈਦ ਵਿੱਚ ਪਾ ਕੇ। ਇਹ ਦਾਰਾ ਸਕੂਹ ਸਤਵੇਂ ਪਾਤਸ਼ਾਹ ਜੀ ਦੇ ਕੋਲ ਕੀਰਤਪੁਰ ਸਾਹਿਬ ਆਇਆ ਮਹਾਰਾਜ ਦੀ ਮਹਿਮਾ ਸੁਣ ਕੇ, ਤੇ ਹਜ਼ੂਰ ਨੇ ਕਿਹਾ ਸੀ ਦੱਸ ਜੇ ਚਾਹੁੰਦਾ ਹੈ ਤਾਂ ਦਿੱਲੀ ਦਾ ਤਖਤ ਤੈਨੂੰ ਦੇ ਦਈਏ। ਕਹਿਣ ਲੱਗਾ ਮਹਾਰਾਜ ਮੈਨੂੰ ਝੂਠਾ ਤਖਤ ਨਹੀਂ ਚਾਹੀਦਾ, ਮੈਨੂੰ ਪਰਲੋਕ ਦੀ ਪਾਤਸ਼ਾਹੀ ਦਿਓ। ਮਹਾਰਾਜ ਕਹਿੰਦੇ ਚੰਗਾ, ਫਿਰ ਤੈਨੂੰ ਪਰਲੋਕ ਦਾ ਰਾਜ ਦਿੱਤਾ। ਇਹ ਖਬਰ ਸਾਧ ਸੰਗਤ ਜੀ ਨਰੰਗੇ ਤੱਕ ਪਹੁੰਚ ਗਈ, ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ 17 ਵਾਰ ਸਤਵੇਂ ਪਾਤਸ਼ਾਹ ਜੀ ਤੇ ਫੌਜਾਂ ਚੜ੍ਹਾਈਆਂ ਸਨ ਔਰੰਗਜ਼ੇਬ ਨੇ, ਗੁਰੂ ਹਰਿ ਪਾਤਸ਼ਾਹ ਜੀ ਨੂੰ ਮਾਰਨ ਵਾਸਤੇ ਜਾਂ ਜਿਉਂਦਾ ਪਕੜਨ ਵਾਸਤੇ। ਉਹਨਾਂ ਫੌਜਾਂ ਵਿੱਚੋਂ ਜਿਹੜਾ ਪਹਿਲਾ ਜਰਨੈਲ ਆਇਆ ਸੀ ਨਾਹਰ ਖਾਂ, ਇਹ ਹਰਿਆਣੇ ਦੇ ਬਾਰਡਰ 'ਤੇ ਇੱਥੇ ਕਾ ਕੇ ਆਪਣੇ ਰਸੋਈਏ ਨੂੰ ਕਹਿਣ ਲੱਗਾ ਕਿ ਮੈਨੂੰ ਖਾਣਾ ਖਵਾ, ਭੁੱਖ ਲੱਗੀ ਹੈ। ਉਹ ਕਹਿਣ ਲੱਗਾ ਕਿ ਅਜੇ ਜਿਹੜਾ ਮਾਸ ਹੈ ਕੱਚਾ ਹੈ। ਉਹ ਕਹਿੰਦਾ ਸ਼ੇਰ ਕੱਚਾ ਹੀ ਮਾਸ ਖਾ ਲੈਂਦਾ, ਕੋਈ ਪਕਾ ਕੇ ਖਾਂਦਾ? ਕੱਚਾ ਮਾਸ ਖਾਧਾ, ਉਹਦੇ ਨਾਲ ਢਿੱਡ ਵਿੱਚ ਇਹੋ ਜਿਹੀ ਪੀੜਾ ਉੱਠੀ, ਨਾਲ ਹੀ ਮੌਤ ਹੋ ਗਈ। ਦੂਜਾ ਆਇਆ ਜਿਸ ਦਾ ਨਾਮ ਅਤੇ ਖਾਂ ਆਉਂਦਾ ਹੈ, ਇਹਦੇ ਸਾਥੀ ਪਠਾਨ ਨੇ ਤਨਖਾਹ ਮੰਗੀ ਕਿ ਮੇਰਾ ਪਿੰਡ ਕੋਲ ਹੈ, ਮੈਂ ਘਰਦਿਆਂ ਨੂੰ ਤਨਖਾਹ ਦਿੰਦਾ ਜਾਵਾਂ, ਮੈਨੂੰ ਮੇਰੀ ਤਨਖਾਹ ਦੇ ਦੇ।
ਉਹਨੇ ਅੱਗੋਂ ਗਾਲ ਕੱਢੀ ਤਨਖਾਹ ਦੇਣ ਦੀ ਥਾਂ ਤੇ। ਪਠਾਨ ਦੇ ਹੱਥ ਵਿੱਚ ਜਾਮਧੜ ਸੀ, ਉਹਨੇ ਪੇਟ ਵਿੱਚ ਖੋਭ ਕੇ ਉਹਦਾ ਵਿਨਾਸ਼ ਕਰ ਦਿੱਤਾ। ਤੀਜਾ ਚੜ੍ਹ ਕੇ ਆਇਆ, ਉਹ ਨਦੀ ਵਿੱਚ ਨਹਾਉਂਦਾ, ਨਦੀ 'ਚ ਡੁੱਬ ਗਿਆ। 17 ਵਾਰ ਜਨਰਲ ਚੜ੍ਹ ਕੇ ਆਏ, ਜਰਨੈਲ ਚੜ੍ਹ ਕੇ ਆਏ, ਫੌਜਾਂ ਦੇ ਸਮੇਤ ਰਾਹ ਵਿੱਚ ਹੀ ਮੁੱਕ ਗਏ। ਗੁਰਮੁਖੋ, ਐਡਾ ਵੱਡਾ ਪ੍ਰਤਾਪ ਸਤਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਿ ਸੱਚੇ ਪਾਤਸ਼ਾਹ ਜੀ ਦਾ। ਜਿਸ ਕਾ ਸਾਹਿਬ ਡਾਢਾ ਹੋਏ, ਤਿਸਨੋ ਮਾਰ ਨਾ ਸਕੈ ਕੋਈ। ਇਹ ਔਰੰਗਜ਼ੇਬ ਸਮਝ ਗਿਆ ਕਿ ਬੜੇ ਕਲਾਵਾਨ ਨੇ, ਮੈਂ ਇਹਨਾਂ ਨਾਲ ਮੱਥਾ ਨਹੀਂ ਲਾ ਸਕਦਾ। ਫਿਰ ਇਹਨੂੰ ਜਦੋਂ ਪਤਾ ਲੱਗਾ ਕਿ ਮੇਰੇ ਭਰਾ ਨੂੰ ਇਹਨਾਂ ਨੇ ਇਹ ਵਾਰ ਦਿੱਤਾ ਹੈ, ਬਚਨ ਦਿੱਤੇ ਨੇ, ਕਿਉਂਕਿ ਆਪਣੇ ਭਰਾ ਨੂੰ ਇਹਨੇ ਸ਼ਹੀਦ ਕਰ ਦਿੱਤਾ ਸੀ ਦਾਰਾ ਸਕੋਹ ਨੂੰ, ਦਿੱਲੀ ਦੇ ਵਿੱਚ ਡੌਂਡੀ ਪਟਵਾ ਕੇ। ਸ਼ਹੀਦ ਕਰਨ ਤੋਂ ਬਾਅਦ ਇਹਨੇ ਸੁਨੇਹਾ ਭੇਜਿਆ ਸਤਵੇਂ ਪਾਤਸ਼ਾਹ ਜੀ ਨੂੰ, ਦੱਸੋ ਤੁਸੀਂ ਦਾਰਾ ਸਕੋਹ ਨੂੰ ਕਿਹੜੀ ਪਾਤਸ਼ਾਹੀ ਦਿੱਤੀ ਹੈ? ਤੁਸੀਂ ਕਹਿੰਦੇ ਅਸੀਂ ਤੈਨੂੰ ਪਾਤਸ਼ਾਹੀ ਦਿੱਤੀ, ਕਿਹੜੀ ਪਾਤਸ਼ਾਹੀ ਦਿੱਤੀ? ਆਹ ਦੇਖੋ ਉਹਦਾ ਸਿਰ ਦਿੱਲੀ ਦੇ ਚੌਂਕ ਵਿੱਚ ਰੁਲ ਰਿਹਾ ਹੈ। ਇਹ ਔਰੰਗਜ਼ੇਬ ਨੇ ਸੁਨੇਹਾ ਭੇਜਿਆ ਸਤਵੇਂ ਪਾਤਸ਼ਾਹ ਜੀ ਨੂੰ। ਤਾਂ ਉਸ ਵੇਲੇ ਸਾਹਿਬ ਸ੍ਰੀ ਗੁਰੂ ਹਰਿ ਪਾਤਸ਼ਾਹ ਜੀ ਨੇ ਵਾਪਸ ਸੁਨੇਹਾ ਦਿੱਤਾ ਸੀ, ਜੇ ਤੂੰ ਆਪਣੇ ਭਰਾ ਦੀ ਪਾਤਸ਼ਾਹੀ ਦੇਖਣਾ ਚਾਹੁੰਦਾ ਹੈ ਕਿ ਦਾਰਾ ਸਕੋਹ ਨੂੰ ਕਿਹੜੀ ਪਾਤਸ਼ਾਹੀ ਗੁਰੂ ਨਾਨਕ ਦੇ ਦਰ ਤੋਂ ਮਿਲੀ ਹੈ, ਰਾਤ ਨੂੰ ਉਜੂ ਕਰਕੇ 5 ਇਸ਼ਨਾਨਾਂ ਕਰਕੇ ਜਦੋਂ ਸੌਵੇਂਗਾ ਨਾ, ਤੇ ਤੈਨੂੰ ਸਭ ਕੁਝ ਸੁੱਤਿਆਂ ਪਿਆਂ ਪਤਾ ਲੱਗ ਜਾਵੇਗਾ। ਸਾਧ ਸੰਗਤ ਜੀ ਜਦੋਂ ਰਾਤ ਨੂੰ ਸੁੱਤਾ, ਆਪਣੇ ਭਰਾ ਨੂੰ ਯਾਦ ਕਰਕੇ ਮਹਾਰਾਜ ਨੇ ਜਿਵੇਂ ਕਿਹਾ ਸੀ, ਇਹਨੂੰ ਸੁਪਨਾ ਆਇਆ, ਬਿਹਿਸਤ ਵਿੱਚ ਇਹਦੀ ਬਿਰਤੀ ਗਈ, ਦਾਰਾ ਸਕੋਹ ਤਖਤ ਤੇ ਬੈਠਾ ਹੈ ਤੇ ਕਈ ਉਹਦੇ ਕੋਲ ਅਹਿਲਕਾਰ ਤੇ ਬਹੁਤ ਸਾਰੇ ਉਹਦੇ ਸੇਵਕ ਚਾਕਰ, ਬੜਾ ਸਤਿਕਾਰ ਬਿਹਿਸਤ ਵਿੱਚ ਉਹਦਾ। ਹੈਰਾਨ ਹੋ ਗਿਆ ਉਸ ਵੇਲੇ, ਮਨ ਵਿੱਚ ਵਿਚਾਰ ਕਰਦਾ ਕਿ ਮੈਂ ਮਰਨ ਤੋਂ ਬਾਅਦ ਕੀ ਬਣਾਂਗਾ। ਸਾਧ ਸੰਗਤ ਜੀ, ਉਹ ਵੀ ਸਤਿਗੁਰਾਂ ਨੇ ਦਿਖਾ ਦਿੱਤਾ। ਸੁਪਨੇ ਦੇ ਵਿੱਚ ਹੀ ਦੇਖ ਰਿਹਾ ਹੈ ਕਿ ਮਰਨ ਤੋਂ ਬਾਅਦ ਇਹਨੂੰ ਜਮਦੂਤ ਪਕੜ ਕੇ ਲੈ ਗਏ, ਬੜਾ ਭਾਰੀ ਕਸ਼ਟ ਦਿੱਤਾ ਇਹਨੂੰ ਨਰਕਾਂ ਦਾ, ਬੜਾ ਦੁਖੀ ਹੋ ਰਿਹਾ ਸੁਪਨਾ ਦੇਖਦਾ ਦੇਖਦਾ। ਕਾਫੀ ਸਮਾਂ ਨਰਕਾਂ ਦਾ ਦੁੱਖ ਭੋਗਿਆ ਇਹਨੇ, ਕਦੇ ਤੱਤੇ ਥੰਮਾਂ ਨਾਲ ਇਹਨੂੰ ਲਾਇਆ ਜਾ ਰਿਹਾ, ਕਦੇ ਤੇਲ ਦੇ ਕੜਾਹੇ ਦੇ ਵਿੱਚ ਪਾਇਆ ਜਾ ਰਿਹਾ, ਕਦੇ ਪਾਣੀ ਵਿੱਚ ਉਬਾਲਿਆ ਜਾ ਰਿਹਾ, ਬੜੇ ਬੜੇ ਦੁੱਖ ਦੇਖ ਰਿਹਾ ਹੈ। ਇਸ ਤੋਂ ਬਾਅਦ ਇੱਕ ਭੰਗੀਆਂ ਦੇ ਘਰ ਵਿੱਚ ਇਹਦਾ ਜਨਮ ਹੋਇਆ, ਗੰਦਗੀ ਸੁੱਟਣ ਵਾਲਿਆਂ ਦੇ। ਇਹ ਸਿਰ ਤੇ ਟੋਕਰੀ ਚੁੱਕ ਕੇ ਜਾ ਰਿਹਾ ਗੰਦ ਦੀ, ਤੇ ਮੀਂਹ ਪੈ ਰਿਹਾ ਹੈ, ਤਿਲਕਣ ਹੋਈ ਹੈ, ਤੇ ਉਸ ਵੇਲੇ ਕਹਿੰਦੇ ਦਾ ਪੈਰ ਤਿਲਕਿਆ, ਉਹ ਸਾਰੀ ਗੰਦਗੀ ਦੀ ਟੋਕਰੀ ਇਹਦੇ ਸਿਰ ਤੇ ਮੂੰਹ ਤੇ ਆ ਕੇ ਡਿੱਗ ਪਈ, ਨਾਲ ਹੀ ਇਹਦੀ ਚੀਕ ਨਿਕਲੀ। ਉਸ ਵੇਲੇ ਜਾ ਖੁਦਾ, ਜਾ ਅੱਲਾ, ਜਾ ਅੱਲਾ, ਇਸ ਤਰ੍ਹਾਂ ਕਰਨ ਲੱਗਾ, ਰੌਲਾ ਪਾਉਣ ਲੱਗਾ। ਪਹਿਰੇਦਾਰ ਇਹਦੇ ਕੋਲ ਆਏ, ਤੋ ਇਹਨੂੰ ਸੰਭਾਲਿਆ, ਨਾਲ ਹੀ ਦੇਖਦਾ ਹੈ ਕਿ ਮੇਰੇ ਮੂੰਹ ਤੇ ਵੀ ਗੰਦਗੀ ਲੱਗੀ ਹੋਈ ਹੈ, ਹੱਥਾਂ ਨੂੰ ਵੀ ਗੰਦਗੀ, ਜਿਵੇਂ ਉਹ ਪ੍ਰਤੱਖ ਸੁਪਨਾ ਹੀ ਮਹਾਰਾਜ ਨੇ ਇੱਕ ਦਿਖਾ ਦਿੱਤਾ। ਤੋ ਇਸ ਤਰ੍ਹਾਂ ਸਤਿਗੁਰੂ ਹਰਿ ਪਾਤਸ਼ਾਹ ਜੀ ਨੇ ਇਹ ਸਾਰਾ ਕੌਤਕ ਇਹਨੂੰ ਸੁਪਨੇ ਵਿੱਚ ਦਿਖਾ ਦਿੱਤਾ ਸੀ ਕਿ ਤੇਰੀ ਕੀ ਹਾਲਤ ਹੋਵੇਗੀ ਤੇ ਤੇਰੇ ਭਰਾ ਨੂੰ ਕਿਹੜਾ ਤਖਤ ਅਸੀਂ ਦਿੱਤਾ ਹੈ। ਤੋ ਐਸੇ ਮਹਾਰਾਜ ਸਤਵੇਂ ਪਾਤਸ਼ਾਹ ਕੇਵਲ ਦੁਨੀਆ ਦਾ ਰਾਜ ਹੀ ਨਹੀਂ ਦਿੰਦੇ, ਪਰਲੋਕ ਦਾ ਰਾਜ ਵੀ ਦੇ ਦਿੰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਮਹਾਰਾਜ ਜੀ ਦੀ ਮਹਿਮਾ ਬੇਅੰਤ ਹੈ, ਬੇਅੰਤ ਹੈ। ਤੋ ਪ੍ਰੇਮ ਦੀ ਗਾਥਾ ਚੱਲ ਰਹੀ ਸੀ। ਦੇਖੋ ਮਾਤਾ ਤਾਬੋ ਬਿਰਧ ਅਵਸਥਾ ਹੈ ਤੇ ਮਨ ਵਿੱਚ ਪ੍ਰੇਮ ਪੈਦਾ ਹੋਇਆ। ਕੀਰਤਪੁਰ ਸਾਹਿਬ ਜਿੱਧਰ ਬੁੰਗਾ ਸਾਹਿਬ ਹੈ ਨਾ, ਇੱਧਰ ਦੀ ਰਹਿਣ ਵਾਲੀ ਇਹ ਮਾਤਾ ਪਹਾੜਾਂ ਦੇ ਵਿੱਚ, ਪਰ ਗਰੀਬ ਹੈ। ਮਨ ਤਾਂ ਚਾਹੁੰਦਾ ਸਤਵੇਂ ਪਾਤਸ਼ਾਹ ਜੀ ਨੂੰ ਮੈਂ ਪ੍ਰਸਾਦਾ ਛਕਾਵਾਂ, ਪਰ ਹੁਣ ਕਿਵੇਂ ਹੋਵੇ? ਮਹਾਰਾਜ ਦੇ ਨਾਲ ਤਾਂ ਫੌਜਾਂ ਬਹੁਤ ਨੇ, 2200 ਘੋੜ ਸਵਾਰ ਰਹਿੰਦੇ ਨੇ, ਹੋਰ ਵੀ ਸਿੱਖ ਬਹੁਤ ਨੇ, ਤੇ ਕਿਵੇਂ ਮੈਂ ਛਕਾਵਾਂਗੀ ਮਹਾਰਾਜ ਜੀ ਨੂੰ ਪ੍ਰਸਾਦਾ? ਇੱਕ ਦਿਨ ਇਹੋ ਜਿਹਾ ਪ੍ਰੇਮ ਦਾ ਉਛਾਲਾ ਆਇਆ। ਸਾਧ ਸੰਗਤ ਜੀ, ਪਰੌਂਠੇ ਬਣਾ ਕੇ ਨਾ ਪੌਣੇ 'ਚ ਬੰਨ੍ਹ ਕੇ ਇਹ ਮਾਤਾ ਤੁਰ ਪਈ ਹੈ ਕਿ ਮਹਾਰਾਜ ਦੇ ਕੋਲ ਜਾ ਕੇ ਉਹ ਛਕਾਵਾਂਗੀ।
ਪਰ ਫਿਰ ਸੋਚਦੀ ਜਾਂਦੀ ਉੱਥੇ ਵੀ ਕਾਫੀ ਮਹਾਰਾਜ ਦੇ ਦਿਵਾਲੇ ਹੋਣਗੇ, ਹੋਰ ਵੀ ਸਿੱਖ ਕੀ ਕਵਾਂਗੀ। ਇੱਧਰੋਂ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰੇਮ ਜਾਣ ਕੇ ਤੇ ਕੁਝ ਕੁ ਸਿੱਖਾਂ ਨੂੰ ਲੈ ਕੇ ਘੋੜੇ ਤੇ ਚੱਲ ਪਏ ਨੇ ਕਿ ਚਲੋ ਗੁਰਸਿੱਖੋ ਆਪਾਂ ਸ਼ਿਕਾਰ ਖੇਡਣ ਚੱਲੀਏ, ਜੀਵਾਂ ਨੂੰ ਪਕੜਨ ਚੱਲੀਏ। ਮਹਾਰਾਜ ਜਿਉਂਦੇ ਹੀ ਪਕੜ ਕੇ ਲਿਆ ਕੇ ਉਹਨਾਂ ਦੀ ਪਾਲਣਾ ਕਰਿਆ ਕਰਦੇ ਸਨ। ਕੋਈ ਹਰਨ ਮਿਲ ਜਾਂਦਾ, ਕੋਈ ਇਸ ਤਰ੍ਹਾਂ ਦੇ ਜੀਵ। ਤਾਂ ਮਹਾਰਾਜ ਬੜੇ ਵਾਹੋਦਾਹੀ ਤੇਜ਼ੀ ਨਾਲ ਜਾ ਰਹੇ ਨੇ। ਉਸ ਮਾਤਾ ਦੇ ਕੋਲ ਜਾ ਕੇ ਘੋੜਾ ਰੋਕ ਦਿੱਤਾ ਹੈ ਤੇ ਮਹਾਰਾਜ ਸਾਹਿਬ ਕਹਿਣ ਲੱਗੇ, ਮਾਤਾ ਬੜੀ ਭੁੱਖ ਲੱਗੀ ਹੈ, ਕੀ ਤੇਰੇ ਕੋਲ ਹੈ? ਲਿਆ ਸਾਨੂੰ ਛਕਾ। ਪੈਰੀ ਜੋੜਾ ਹੈ ਸਤਿਗੁਰਾਂ ਦੇ, ਉਹ ਵੀ ਉਤਾਰਿਆ ਨਹੀਂ, ਨਾ ਹੱਥ ਸੁੱਚੇ ਕੀਤੇ ਨੇ ਅੱਜ। ਅੱਗੇ ਮਹਾਰਾਜ ਜੋੜਾ ਉਤਾਰ ਕੇ ਹੱਥ ਚੰਗੀ ਤਰ੍ਹਾਂ ਸੁੱਚੇ ਕਰਕੇ ਬੈਠ ਕੇ ਚੌਂਕੜਾ ਲਾ ਕੇ ਫਿਰ ਪ੍ਰਸਾਦਾ ਛਕਿਆ ਕਰਦੇ ਸਨ। ਪਰ ਅੱਜ ਘੋੜੇ ਤੋਂ ਵੀ ਨਹੀਂ ਹੇਠਾਂ ਉਤਰੇ, ਪੈਰੀ ਵੀ ਜੋੜਾ ਹੈ, ਹੱਥ ਵੀ ਸੁੱਚੇ ਨਹੀਂ ਕੀਤੇ। ਮਾਂ ਭੁੱਖ ਬੜੀ ਲੱਗੀ ਹੈ, ਕੀ ਤੇਰੇ ਕੋਲ, ਸਾਨੂੰ ਛਕਾ। ਮਾਤਾ ਗਦ ਗਦ ਹੋ ਗਈ, ਗਲਾ ਰੁਕ ਗਿਆ। ਸਾਧ ਸੰਗਤ ਜੀ, ਉਹ ਪੌਣੇ ਦੇ ਵਿੱਚੋਂ ਪ੍ਰਸਾਦੇ ਖੋਲ ਕੇ ਮਹਾਰਾਜ ਦੇ ਅੱਗੇ ਕਰ ਦਿੱਤੇ। ਸਤਿਗੁਰੂ ਮਹਾਰਾਜ ਬੜੇ ਪ੍ਰੇਮ ਨਾਲ ਛਕੀ ਜਾ ਰਹੇ ਨੇ ਤੇ ਮਾਤਾ ਨੇ ਵਾਗ ਫੜੀ ਹੋਈ ਹੈ, ਚਰਨਾਂ ਤੇ ਸਿਰ ਰੱਖਿਆ ਹੋਇਆ ਹੈ ਤੇ ਕਹਿਣ ਲੱਗੀ, ਮਹਾਰਾਜ ਤੁਹਾਡਾ ਬਿਰਧ ਹੈ ਨਾ, ਮੇਰੇ ਵਰਗੀ ਪਾਪਣ ਨੂੰ ਵੀ ਨਿਹਾਲ ਕਰਨ ਵਾਸਤੇ ਤੁਸੀਂ ਆਏ ਹੋ। ਇਸ ਤਰ੍ਹਾਂ ਕਹਿੰਦੀ ਕਹਿੰਦੀ ਮਾਤਾ ਅਸਤ ਵਿਅਸਤ ਇੰਨੀ ਹੋ ਗਈ ਕਿ ਬਚਨ ਕਹਿਣ ਲੱਗੀ ਕਿ ਤੂੰ ਪਾਪੀ ਹੋਂ ਬਖਸ਼ਣਹਾਰ, ਤੂੰ ਪਾਪੀ ਹੋਂ ਬਖਸ਼ਣਹਾਰ। ਜਦੋਂ 2 ਵਾਰ ਕਿਹਾ ਤੇ ਗੁਰਸਿੱਖਾਂ ਨੇ ਹਲੂਣਾ ਦਿੱਤਾ। ਮਾਈ ਕੀ ਕਹੀ ਜਾ ਰਹੀ ਹੈ? ਮਾਤਾ ਚੁੱਪ ਹੋ ਗਈ ਤੇ ਮਹਾਰਾਜ ਕਹਿਣ ਲੱਗੇ, ਗੁਰਸਿੱਖੋ ਕੀ ਕੀਤਾ ਜੇ? ਤੁਸੀਂ ਬਾਹਰਲੇ ਬੋਲ ਦੇਖ ਲਏ, ਅੰਦਰ ਦੇ ਪ੍ਰੇਮ ਨੂੰ ਨਹੀਂ ਦੇਖਿਆ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ। ਤੋ ਇਸ ਤਰ੍ਹਾਂ ਪ੍ਰੇਮ ਦੇ ਭੁੱਖੇ ਮਹਾਰਾਜ ਸੱਚੇ ਪਾਤਸ਼ਾਹ ਸਤਵੇਂ ਪਾਤਸ਼ਾਹ ਜੀ ਜਿੱਥੇ ਵੀ ਕਿਸੇ ਨੇ ਯਾਦ ਕੀਤਾ ਹੈ ਨਾ, ਉੱਥੇ ਹੀ ਪਹੁੰਚਦੇ ਰਹੇ ਨੇ। ਗੋਬਿੰਦ ਭਾਉ ਭਗਤ ਦਾ ਭੁੱਖਾ। ਚਾਚਾ ਫੱਗੂ ਜੀ ਕਹਿ ਰਹੇ ਹਨ ਕਿ ਮਹਾਰਾਜ ਆਪਣੇ ਬਿਰਦ ਨੂੰ ਸੰਭਾਲਦੇ ਹਨ। ਇਮ ਗੁਣ ਸੁਨ ਮੈਂ ਸ਼ਰਧਾ ਧਾਰੀ। ਇਸ ਤਰ੍ਹਾਂ ਦੇ ਗੁਣ ਹਜੂਰ ਦੇ ਸੁਣ ਕਰਕੇ ਮੈਂ ਸਰਧਾ ਭਾਵਨਾ ਧਾਰੀ ਹੈ। ਕੀਨਸ ਨਿਸ਼ਚੈ ਹਿਰਦੈ ਮਝਾਰੀ। ਮੈਂ ਹਿਰਦੇ ਵਿੱਚ ਨਿਸ਼ਚਾ ਭਰੋਸਾ ਸਿਦਕ ਕੀਤਾ ਹੈ। ਦਾਸ ਜਾਣ ਕਰ ਆਏ ਜਰੂਰ। ਦਾਸ ਜਾਣ ਕਰ ਦਾਸ ਪਰ ਜਰੂਰ ਆਉਣਗੇ ਮੇਰੇ ਕੋਲ ਆਪਣਾ ਸੇਵਕ ਜਾਣ ਕੇ। ਕਰਹਿ ਪ੍ਰਤੱਗਿਆ ਮੇਰੀ ਪੂਰ। ਮੇਰੀ ਪ੍ਰਤੱਗਿਆ, ਮੇਰਾ ਪ੍ਰਣ ਜੋ ਮੈਂ ਕੀਤਾ ਉਹਨੂੰ ਜ਼ਰੂਰ ਪੂਰਾ ਕਰਨਗੇ। ਇਮ ਫੱਗੋ ਤੇ ਸੁਣ ਕਰ ਸਾਰੇ। ਇਸ ਤਰ੍ਹਾਂ ਚਾਚਾ ਫੱਗੂ ਤੋਂ ਸਾਰੀ ਸੰਗਤ ਸੁਣ ਕੇ ਅਦਕ ਪ੍ਰੇਮ ਕਰ ਸ਼ਰਧਾ ਧਾਰੇ। ਸਾਰਿਆਂ ਦੇ ਮਨ ਵਿੱਚ ਸ਼ਰਧਾ ਹੋਰ ਵਧੀ ਹੈ। ਗੁਰ ਚਰਨ ਮੈਂ ਪ੍ਰੀਤ ਉਪਾਈ। ਬੜੀ ਗੁਰੂ ਕੇ ਚਰਨਾਂ ਨਾਲ ਪ੍ਰੀਤੀ ਪਾ ਲਈ ਸਾਰੀਆਂ ਸਿੱਖਾਂ ਸੰਗਤਾਂ ਨੇ। ਸਤਨਾਮ ਸਿਮਰਤ ਸੁਖਦਾਈ। ਜੋ ਸੁੱਖਾਂ ਨੂੰ ਦੇਣ ਵਾਲਾ ਸਤਨਾਮ ਵਾਹਿਗੁਰੂ ਹੈ, ਉਹਦਾ ਸਿਮਰਨ ਸਾਰੀ ਸੰਗਤ ਰਲ ਕੇ ਕਰਦੀ ਹੈ। ਧੰਨ ਗੁਰੂ ਜਿਸ ਕੇ ਗੁਣ ਇਹੋ। ਧੰਨ ਹਨ ਸਤਿਗੁਰੂ ਮਹਾਰਾਜ ਜਿਨ੍ਹਾਂ ਵਿੱਚ ਇਹ ਗੁਣ ਹਨ। ਕੋਸ ਹਜ਼ਾਰਨ ਜਨ ਲਖ ਲੇਹ। ਆਪਣੇ ਜਨਾਂ ਦੇ ਪ੍ਰੇਮ ਨੂੰ ਜਾਣ ਕਰਕੇ ਸਹਾਇਕ ਬਣਦੇ ਕੋਲ ਜਾਂਦੇ ਹਨ। ਫੇਰ ਪ੍ਰੇਮ ਨਿਰਪ ਮਨ ਕੋ ਭਾਰੀ। ਤੋ ਇਸ ਤਰ੍ਹਾਂ ਰਾਜੇ ਦੇ ਮਨ ਦਾ ਭਾਰੀ ਪ੍ਰੇਮ ਤੱਕਿਆ ਜਦੋਂ ਸਿਵਨਾਭ ਰਾਜੇ ਦੇ ਮਨ ਦਾ। ਗਏ ਸੰਗਲਾ ਦੀਪ ਮਝਾਰੀ। ਸੰਗਲਾ ਦੀਪ ਟਾਪੂ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚ ਗਏ। ਦਰਸ਼ਨ ਦੀਨ ਕਿਰਤਾਰਥ ਕਰਿਓ। ਦਰਸ਼ਨ ਦੇ ਕਰਕੇ ਨਿਹਾਲ ਕੀਤਾ ਆਪਣੇ ਸੇਵਕ ਰਾਜੇ ਨੂੰ। ਗੁਰ ਸਥਾਪ ਮੰਜੀ ਬੈਠ ਰਿਓ। ਮਹਾਰਾਜ ਸਾਹਿਬ ਜੀ ਨੇ ਨਿਹਾਲ ਕਰਕੇ ਗੁਰ ਸਿੱਖ ਦੀ ਮੰਜੀ ਤੇ ਪ੍ਰਚਾਰਕ ਥਾਪ ਦਿੱਤਾ। ਅਬ ਲਓ ਸ਼੍ਰੀ ਨਾਨਕ ਕੋ ਧਿਆਵਤ। ਹੁਣ ਤੱਕ ਉਹਦੀ ਕੁੱਲ ਅੰਸ਼ ਵੰਸ਼ ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਲਾਉਂਦੀ ਹੈ। ਅਨੇਕ ਪ੍ਰਕਾਰਨ ਕੇ ਗੁਣ ਗਾਵਤ। ਅਨੇਕਾਂ ਤਰ੍ਹਾਂ ਦੇ ਸੰਗਲਾ ਦੀਪ ਦੇ ਉੱਥੋਂ ਦੇ ਰਹਿਣ ਵਾਲੇ ਸਾਰੇ ਲੋਕ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੇ ਨੇ। ਸ੍ਰੀ ਹਰਿ ਗੋਬਿੰਦ ਬਾਹੋ ਬਿਸਾਲਾ। ਇਸੇ ਤਰ੍ਹਾਂ
ਬਲੀ ਵੀਰ ਬਹਾਦਰ ਜੋਧੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਗਮਨੇ ਪੁਰ ਕਸ਼ਮੀਰ ਕਿਰਪਾਲਾ। ਕਸ਼ਮੀਰ ਸ਼ਹਿਰ ਦੇ ਵਿੱਚ ਮਹਾਰਾਜ ਜੀ ਗਏ ਕਿਰਪਾਲੂ। ਬ੍ਰਿਦਾ ਸਿੱਖਣੀ ਨਿਜ ਕਰਕਾਤ। ਬਿਰਧ ਮਾਤਾ ਸਿੱਖਣੀ ਗੁਰੂ ਘਰ ਦੀ ਪ੍ਰੇਮਨ ਮਾਤਾ ਭਾਗ ਭਰੀ ਜੀ ਦਾ ਪ੍ਰੇਮ ਦੇਖ ਕੇ ਜੋ ਹੱਥੀਂ ਸੂਤਰ ਕੱਤਿਆ ਸੀ। ਕੋਸ਼ਿਸ਼ ਪਹਿਰਾਈ ਗੁਰਗਾਤ। ਮਹਾਰਾਜ ਜੀ ਦੇ ਗਲੇ ਵਿੱਚ ਆਪਣੇ ਕੱਤੇ ਹੋਏ ਹੱਥੀਂ ਸੂਤਰ ਦੀ ਬਣਾ ਕੇ ਪੁਸ਼ਾਕ ਪਹਿਨਾਈ ਉਸ ਮਾਤਾ ਨੇ। ਤਿਸ ਕੋ ਪ੍ਰੇਮ ਜਾਣ ਕਰ ਧਾਏ। ਉਸ ਦਾ ਪ੍ਰੇਮ ਜਾਣ ਕਰਕੇ ਉਹਨੇ ਪ੍ਰਣ ਕੀਤਾ ਸੀ, ਮਹਾਰਾਜ ਮੇਰਾ ਬਣਾਇਆ ਹੋਇਆ ਚੋਗਾ ਆਪ ਜੀ ਗਲੇ ਵਿੱਚ ਪਹਿਨੋ, ਮੈਂ ਅੰਮ੍ਰਿਤਸਰ ਸਾਹਿਬ ਆ ਨਹੀਂ ਸਕਦੀ, ਬਿਰਧ ਹੋ ਗਈ ਹਾਂ, ਰਸਤਾ ਬੜਾ ਪਹਾੜਾਂ ਦਾ ਹੈ, ਇਸ ਕਰਕੇ ਕਿਰਪਾ ਕਰੋ। ਤੇ ਉਹਦਾ ਪ੍ਰੇਮ ਤੱਕ ਕੇ ਮਹਾਰਾਜ ਜੀ ਗਏ। ਉਲੰਗੇ ਬਿਖਮ ਸੈਲ ਸਮੁਦਾਏ। ਇੰਨੇ ਪਹਾੜ ਉੱਚੇ ਨੀਵੇਂ ਪਰਬਤ ਸਭ ਨੂੰ ਲੰਘ ਕੇ ਮਹਾਰਾਜ ਪ੍ਰੇਮ ਦੇ ਖਿੱਚੇ ਹੋਏ ਮਾਤਾ ਦੇ ਕੋਲ ਗਏ ਔਰ ਬਚਨ ਕੀਤਾ ਸੀ, ਮਾਈ ਤੈ ਪ੍ਰਾਣ ਕੀਨਾ ਤਾਤੇ ਮੋਹਿ ਆਮਨ ਭਇਓ, ਮੈਂ ਪ੍ਰੇਮ ਭਗਤ ਅਧੀਨਾ। ਕੌਣ ਕੌਣ ਗਿਨੀਐ ਗੁਣ ਰੂਰੇ। ਕਿਹੜੇ ਕਿਹੜੇ ਸੁੰਦਰ ਗੁਣ ਸਤਿਗੁਰਾਂ ਦੇ ਗਿਆਨਾ ਕਰੀਏ। ਜਥਾ ਕਰੈ ਜਗ ਸਤਿਗੁਰ ਪੂਰੇ। ਜਗਤ ਦੇ ਸਤਿਗੁਰੂ ਪੂਰੇ ਜਿਵੇਂ ਜਿਵੇਂ ਕੋਈ ਪ੍ਰੇਮ ਕਰਦਾ ਉਹਦੀ ਭਾਵਨਾ ਨੂੰ ਪੂਰਿਆਂ ਕਰਦੇ ਹਨ। ਫੱਗੋ ਕੀ ਪ੍ਰਤੱਗਿਆ ਸੁਣੀ। ਚਾਚਾ ਫੱਗੋ ਦੀ ਪ੍ਰਤੱਗਿਆ ਨੂੰ ਜਦੋਂ ਸਾਰੀ ਸੰਗਤ ਨੇ ਸੁਣਿਆ, ਸਤਿਗੁਰ ਕੀ ਮਹਿਮਾ ਵੱਡ ਗੁਣੀ। ਜਾਣ ਲਿਆ ਕਿ ਸਤਿਗੁਰਾਂ ਦੀ ਮਹਿਮਾ ਬਹੁਤ ਵੱਡੀ ਹੈ। ਭਏ ਸਿੱਖ ਪ੍ਰੇਮੀ ਸਮੁਦਾਏ। ਸਾਰੇ ਇਲਾਕੇ ਦੇ ਸਿੱਖ ਪ੍ਰੇਮੀ ਹੋ ਗਏ ਚਾਚਾ ਫੱਗੋ ਜੀ ਦਾ ਪ੍ਰੇਮ ਦੇਖ ਕੇ, ਹੋਰ ਵੀ ਕਈ ਪ੍ਰੇਮੀ ਬਣ ਗਏ। ਗੁਰ ਹਿਤ ਰੱਖੀ ਬਸਤ ਗੁਣ ਲਿਆਏ। ਸਾਰਿਆਂ ਸਿੱਖਾਂ ਨੇ ਆਪੋ ਆਪਣੇ ਘਰਾਂ ਵਿੱਚ ਹਜ਼ੂਰ ਨੂੰ ਅਰਪਣ ਕਰਨ ਦੇ ਵਾਸਤੇ ਵਸਤੂਆਂ ਭੇਟਾਵਾਂ ਲਿਆ ਰੱਖੀਆਂ ਨੇ। ਸਕਲ ਪ੍ਰਤੀਖਿਤ ਗੁਰ ਅਵਗਨੂ। ਮਹਾਰਾਜ ਜੀ ਦਾ ਆਉਣਾ ਸਾਰੇ ਉਡੀਕ ਰਹੇ ਨੇ, ਮਹਾਰਾਜ ਕਦੋਂ ਇੱਧਰ ਨੂੰ ਆਉਣਗੇ। ਸੁੰਦਰ ਭੇਟ ਤਰਹਿ ਨਿਜ ਭਵਨੂ। ਆਪੋ ਆਪਣੇ ਘਰਾਂ ਵਿੱਚ ਇਕੱਠੀਆਂ ਕਰਕੇ ਸੋਹਣੀਆਂ ਭੇਟਾਂ ਰੱਖੀਆਂ ਨੇ। ਜਿਮ ਬਾਵਨ ਚੰਦਨ ਉਪਜੈ ਹੈ। ਕਹਿੰਦੇ ਜਿਵੇਂ ਬਾਮਨ ਚੰਦਨ ਜਿਹੜਾ ਪੈਦਾ ਹੁੰਦਾ ਜੰਗਲ ਵਿੱਚ, ਸਭ ਕਾਨਨ ਚੰਦਨ ਬਨ ਜੈ ਹੈ। ਜਿਹਦੇ ਕਰਕੇ ਸਾਰਾ ਜੰਗਲ ਹੀ ਚੰਦਨ ਵਰਗਾ ਬਣ ਜਾਂਦਾ ਹੈ। ਮੈਲਾ ਗਰ ਸੰਗੇਨ ਨਿੰਮ ਬਿਰਖ ਸੇ ਚੰਦਨ ਹੈ, ਤੋ ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਫੱਗੋ ਤੇ ਪ੍ਰਣ ਸੁਨ ਤਿਮ ਸਾਰੇ। ਇਹ ਭਾਈ ਫੱਗੂ ਦਾ ਜੀਵਨ ਚੰਦਨ ਵਰਗਾ, ਉਹਦਾ ਪ੍ਰੇਮ ਦੇਖ ਕੇ ਬਾਕੀ ਵੀ ਸੁਗੰਧੀਆਂ ਵਾਲੇ ਭਗਤੀ ਵਾਲੇ ਹੋ ਗਏ। ਗੁਰੂ ਉਡੀਕਤ ਸੰਜ ਸਕਾਰੇ। ਨਾਵੇਂ ਪਾਤਸ਼ਾਹ ਜੀ ਨੂੰ ਸਵੇਰੇ ਸ਼ਾਮ ਉਡੀਕਦੇ ਰਹਿੰਦੇ ਹਨ ਸਾਰੇ ਸਿੱਖ। ਤਿੰਨ ਸਿੱਖਿਅਨ ਕੇ ਮਨ ਕੀ ਜਾਨ। ਉਹਨਾਂ ਗੁਰਸਿੱਖਾਂ ਦੇ ਮਨ ਦੀ ਅਵਸਥਾ ਪ੍ਰੀਤ ਨੂੰ ਜਾਣ ਕੇ ਕਾਸ਼ੀ ਤੇ ਗੁਰ ਕੀਨ ਪਿਆਨ। ਮਹਾਰਾਜ ਜੀ ਨੇ ਕਾਂਸੀ ਤੋਂ ਅੱਗੇ ਚੱਲਣਾ ਕੀਤਾ ਹੈ। ਦੋਹਰਾ ਰਤਨਾ ਕਰ ਗੁਰ ਗਿਆਨ ਕੇ ਦੇਸਨ ਪਿਆਨਾ ਕੀਨ। ਜੋ ਰਤਨਾ ਦੀ ਖਾਨ ਹਨ, ਰਤਨਾ ਦੀ ਸਮੁੰਦਰ ਹਨ ਮਹਾਰਾਜ, ਉਹਨਾਂ ਨੇ ਅਗਲੇ ਦੇਸ਼ ਅਗਲੇ ਇਲਾਕੇ ਵਿੱਚ ਚੱਲਣਾ ਕੀਤਾ ਕਾਂਸੀ ਤੋਂ। ਗਿਆਨ ਦੇ ਸਮੁੰਦਰ ਸਤਿਗੁਰਾਂ ਨੇ। ਊਖਰ ਪੋਖਰ ਸਭ ਭਰੇ ਸਿੱਖੀ ਪੰਥ ਨਵੀਨ। ਊਖਰ ਕਲਰੀ ਧਰਤੀ ਨੂੰ ਕਿਹਾ ਜਾਂਦਾ ਹੈ। ਕਿਆ ਊਖਰ ਕਿਆ ਮਗਹਰ ਹੋਈ, ਬਾਣੀ ਵਿੱਚ ਵੀ ਬਚਨ ਆਉਂਦੇ ਨੇ। ਤੋ ਊਖਰ ਕਲਰੀ ਧਰਤੀ ਵਿੱਚ ਵੀ ਬੀਜ ਉਪਜਾ ਦੇਣ ਵਾਲੇ, ਹਰਾ ਭਰਾ ਕਰ ਦੇਣ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ। ਵੈਸੇ ਤਾਂ ਬਚਨ ਆਉਂਦੇ ਨੇ ਕਲਰ ਖੇਤੀ ਬੀਜੀ ਹੈ, ਫਲ ਹੱਥ ਨਾ ਆਵੇ। ਭਾਈ ਗੁਰਦਾਸ ਸਾਹਿਬ ਨੇ ਕਿਹਾ ਹੈ, ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਵਿਕਾਰ। ਕਲਰੀ ਧਰਤੀ ਤੇ ਵਿਅਰਥ ਚਲੀ ਗਈ ਆਕਾਸ਼ ਦੀ ਬੂੰਦ, ਬੱਦਲ ਪਏ ਐਵੇਂ ਚਲੇ ਗਏ। ਪਰ ਸਤਿਗੁਰੂ ਐਸੇ ਬੱਦਲ ਨੇ, ਕਲਰੀ ਧਰਤੀ ਵਾਲੇ ਜਿਨ੍ਹਾਂ ਦੇ ਹਿਰਦੇ ਨੇ ਉਹਨਾਂ ਵਿੱਚ ਵੀ ਪ੍ਰੇਮ ਪੈਦਾ ਕਰ ਦੇਣ ਵਾਲੇ ਹਨ। ਔਰ ਛੱਪੜਾਂ ਦੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਰਮਲਤਾ ਦੇਣ ਵਾਲੇ ਹਨ। ਆਪਣਾ
ਚੌਪਈ ਪੂਰਨ ਪ੍ਰਣ ਹਿਤ ਸਿੱਖਿਅਨ ਕੇਰਾ। ਨਵਾਂ ਪੰਥ ਪ੍ਰਗਟ ਕਾਰੇ ਨੇ ਜਗਤ ਵਿੱਚ ਆਪਣੇ ਸਿੱਖਾਂ ਦਾ ਪ੍ਰਣ ਪੂਰਨ ਕਰਨ ਦੇ ਵਾਸਤੇ ਕਰਿਓ ਕੂਚ ਕਾਂਸੀ ਤੇ ਡੇਰਾ। ਕਾਂਸੀ ਤੋਂ ਅੱਗੇ ਡੇਰਾ ਕੀਤਾ ਹੈ। ਖੈਂਚੇ ਪ੍ਰੇਮ ਡੋਰ ਤੇ ਦਾਸਨ। ਆਪਣੇ ਸੇਵਕਾਂ ਦੀ ਪ੍ਰੇਮ ਦੀ ਡੋਰ ਦੇ ਨਾਲ ਖਿੱਚੇ ਜਾ ਰਹੇ ਨੇ। ਚਲੇ ਜਾਤ ਪ੍ਰਭਾਤ ਸਰਾਸਨ। ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ਕਹਿ ਰਵਿਦਾਸ ਛੂਟ ਬੋ ਕਮਨ ਗੁਣ। ਤੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਚਲੇ ਜਾ ਰਹੇ। ਹੱਥ ਵਿੱਚ ਵੱਡਾ ਸਾਰਾ ਧਨਕ ਪਕੜਿਆ ਹੋਇਆ ਹੈ। ਪਾਥਾ ਖੜਗ ਬੰਦ ਕਟ ਸੰਗੋ। ਲੱਕ ਦੇ ਨਾਲ ਪੱਥਾ ਤੇ ਖੜਗ ਸ੍ਰੀ ਸਾਹਿਬ ਬੰਨੀ ਹੋਈ ਹੈ। ਮਹਾਰਾਜ ਜੀ ਨੇ ਕਮਰ ਕੱਸੇ ਵਿੱਚ ਗਮਨਤ ਹੋਏ ਅਸਵਾਰ ਤਰੰਗੇ। ਇਸ ਤਰ੍ਹਾਂ ਘੋੜੇ ਤੇ ਅਸਵਾਰ ਹੋ ਕੇ ਅੱਗੇ ਚੱਲੇ ਜਾ ਰਹੇ ਨੇ। ਮਾਤ ਨਾਨਕੀ ਨੁਖਾ ਸਮੇਤ। ਮਾਤਾ ਨਾਨਕੀ ਜੀ ਆਪਣੀ ਨੌ ਮਾਤਾ ਗੁਜਰ ਕੌਰ ਜੀ ਦੇ ਸਹਿਤ ਡੋਰੇ ਸਿੰਦਨ ਪਰ ਸ਼ਬਦੇਤ। ਘੋੜਿਆਂ ਦੇ ਆਪਣੇ ਡੋਲਿਆਂ ਦੇ ਉੱਪਰ ਮਾਤਾ ਗੁਜਰ ਕੌਰ ਜੀ ਤੇ ਸਿੰਦਨ ਰੱਥ ਉੱਪਰ ਮਾਤਾ ਨਾਨਕੀ ਜੀ ਜਾ ਰਹੇ ਨੇ। ਕਬ ਸਿਵਕਾ ਪਰ ਚੜ੍ਹੈ ਗੁਸਾਈ। ਕਦੇ ਕਦੇ ਮਹਾਰਾਜ ਪਾਲਕੀ ਉੱਪਰ ਸਵਾਰ ਹੋ ਕੇ ਚੱਲਣ ਲੱਗ ਪੈਂਦੇ ਹਨ। ਸਨੇ ਸਨੇ ਮਾਰਗ ਉਲਗਾਈ। ਲੰਘਦੇ ਜਾਂਦੇ ਹੌਲੀ ਹੌਲੀ ਰਸਤਾ ਜਿਹੜਾ ਸੰਸਰਾਮ ਵੱਲ ਨੂੰ ਜਾ ਰਹੇ ਨੇ। ਪਹੁੰਚਤ ਪੇ ਮਿਰਜ਼ਾਪੁਰ ਨਗਰੀ। ਮਿਰਜ਼ਾਪੁਰ ਜਿਹੜਾ ਨਗਰ ਹੈ ਨਾ, ਇੱਥੇ ਮਹਾਰਾਜ ਜੀ ਪਹੁੰਚੇ ਨੇ। ਸੁਨ ਕਰ ਗੁਰ ਸੁਧ ਸੰਗਤ ਸੰਗਰੀ। ਸਾਰੇ ਇਲਾਕੇ ਦੀ ਸੰਗਤ ਸੁਣ ਕਰਕੇ ਮਹਾਰਾਜ ਜੀ ਦਾ ਆਉਣਾ। ਉਪਹਾਰਨ ਲੈ ਅਨੇਕ ਪ੍ਰਕਾਰੀ। ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਲੈ ਕੇ ਸੰਗਤ ਆਈ ਹੈ। ਆਦਰ ਹਿਤ ਆਏ ਅਗਵਾਰੀ। ਅੱਗੋਂ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਵਾਸਤੇ ਸਤਿਕਾਰ ਦੇ ਸਹਿਤ ਸੰਗਤ ਮਿਲੀ ਹੈ। ਮਿਲੇ ਧਾਏ ਕਰ ਬਹੁਤ ਉਮਾਹਤ। ਬੜਾ ਚਾਅ ਬੜਾ ਉਤਸ਼ਾਹ ਮੰਗ ਧਾਰ ਕੇ ਮਹਾਰਾਜ ਜੀ ਨੂੰ ਆ ਕੇ ਸਾਰੇ ਮਿਲੇ ਹਨ। ਜਥਾ ਤ੍ਰਿਖਾ ਤੁਰ ਜਲ ਕੋ ਚਾਹਤ। ਕਵੀ ਜੀ ਕਹਿੰਦੇ ਜਿਵੇਂ ਪਿਆਸਾ ਤੜਫ ਰਿਹਾ ਹੋਵੇ ਤੇ ਉਹਨੂੰ ਪਾਣੀ ਮਿਲ ਜਾਵੇ ਨਾ, ਜਲ ਨੂੰ ਚਾਹਤ ਕਰਕੇ ਤੜਫ ਰਿਹਾ ਹੋਵੇ ਤੇ ਜਲ ਮਿਲ ਜਾਵੇ। ਜਿਉਂ ਪ੍ਰਾਨੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਇਸ ਤਰ੍ਹਾਂ ਦਾ ਪ੍ਰੇਮ ਇਹਨਾਂ ਸਿੱਖਾਂ ਦਾ। ਸਤਿਗੁਰੂ ਮਿਲ ਗਏ ਤਾਂ ਜ਼ਿੰਦਗੀ ਜਾਨ ਪੈ ਗਈ ਮਾਨੋ। ਕਰ ਜੋ ਰਹਿ ਨਿਜ ਸੀਸ ਝੁਕਾਵੈ। ਹੱਥ ਜੋੜ ਜੋੜ ਕਰਕੇ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਝੁਕਾਉਂਦੇ ਨਮਸਕਾਰਾਂ ਕਰਦੇ ਨੇ। ਗੁਰ ਕੇ ਪਦ ਅਰਬਿੰਦ ਲਗਾਵੈ। ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਆਪਣਾ ਸਿਰ ਰੱਖਦੇ ਹਨ। ਲੇਕਰ ਸੰਗ ਸਿਵਰ ਕਰਵਾਵੈ। ਆਪਣਾ ਮਹਾਰਾਜ ਜੀ ਦਾ ਡੇਰਾ ਮਹਾਰਾਜ ਸਾਹਿਬ ਜੀ ਨੂੰ ਲੈ ਕੇ ਤੇ ਡੇਰਾ ਕਰਵਾਉਂਦੇ ਹਨ। ਕਰਤ ਭਏ ਜਿਮ ਗੁਰ ਫਰਮਾਇਬ। ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਇਸ ਜਗ੍ਹਾ ਤੇ ਆ ਵਧੀਆ ਜਗ੍ਹਾ, ਇੱਥੇ ਕਿ ਸਾਡਾ ਡੇਰਾ ਲਾਓ। ਤੇ ਉੱਥੇ ਉਹ ਜਿਹੜੇ ਸਿੱਖ ਪ੍ਰੇਮੀ ਨੇ ਸਤਿਗੁਰਾਂ ਦਾ ਡੇਰਾ ਹੈ ਉਹ ਲਗਵਾਉਂਦੇ ਨੇ। ਜਿਵੇਂ ਅੱਗੇ ਚਾਚਾ ਫੱਗੂ ਦੇ ਗ੍ਰਹਿ ਵਿਖੇ ਚੜ੍ਹੇ ਚੜ੍ਹਾਏ ਮਹਾਰਾਜ ਜੀ ਘੋੜੇ ਦੇ ਉੱਪਰ ਵਿਹੜੇ ਵਿੱਚ ਪਹੁੰਚਣਗੇ, ਉਹ ਪ੍ਰਸੰਗ ਕੱਲ ਨੂੰ ਆਵੇਗਾ, ਆਪਾਂ ਸੁਣਾਂਗੇ। ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਦੇਣੀ ਜੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰ ਦੇਣੀ। ਮਹਾਰਾਜ ਸਾਹਿਬ ਸਭ ਦੀ ਹਾਜ਼ਰੀ ਥਾਏ ਪਾਵਨ, ਚੜ੍ਹਦੀਆਂ ਕਲਾ ਹੋਵਨ, ਬਿਘਨਾਂ ਦਾ ਹੋਵੇ ਨਾਸ, ਕਾਰਜ ਹੋਵਨ ਰਾਸ। ਨਾਮ ਦਾ ਰੰਗ ਸਾਧ ਦਾ ਸੰਗ, ਨਿਸ਼ਚਾ ਹੋਵੇ ਅਭੰਗ। ਸਤਿਗੁਰੂ ਦਾ ਅੰਗ ਸਦੀਵੀ ਕਾਲ ਸਾਨੂੰ ਸਭਨਾਂ ਨੂੰ ਪ੍ਰਾਪਤ ਹੁੰਦਾ ਰਹੇ। ਧੰਨ ਸਾਹਿਬ ਸ੍ਰੀ ਗੁਰੂ ਹਰਿ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਕੋਟਾਨ ਕੋਟ ਵਧਾਈਆਂ ਹੋਵਨ ਜੀ। ਹਉ ਕਿਆ ਸਾਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਲੇਕਰ ਸੰਗ ਸਿਮਰ ਕਰਵਾਇਬ, ਕਰਤ ਭਏ ਜਿਮ ਗੁਰ ਫਰਮਾਇਬ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੈ ਅਪਰੰਪਰ ਹਰ ਹਰੇ ਹੈ ਪੀਹੋ ਬਨਹਾਰ ਹੈ ਸੰਤਹ ਕੈ ਸਦਾ ਸੰਗ ਨਿਦਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰੱਖੋ ਰਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ ਸੇਮ ਦੇ ਗੁਰ ਪਾਰਿ ਉਤਾਰਨ ਹਾਰ ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।